प्रोग्राम वर्ल्ड ऑफ बुक्स के दोस्तों मैं तुहाडा स्वागत करदा। पिछले दिनी पंजाबी के बहुत सारे साहित्यकार सानू छड्ड के चले गए। पंजाबी दे नहीं होरना ज़बानां विचों भी खबरां चंगियां नहीं आईयां हैगियां। कुछ कोविड का दौर सीगा, कुछ दा कारण जिहड़ा हैगा बजुर्ग हो चुके सी, अटैक आया कईयां नूं, मतलब कारण बहाने बहुत कोई भी बनया होवे, लेकिन साडे कोलों एक बेशकीमती हीरे चले गए। उन्हां विचों ही पंजाबी साहित्य विच, पंजाबी बाल साहित्य विच एक वड्डा नाम सी महेंद्र सिंह मानूपुरी दा। महेंद्र सिंह मानूपुरी पंजाबी बाल साहित्य का एक वड्डा नाम भी सी। उन्होंने बहुत सारे जिहड़े स्टूडेंट भी अपने स्टूडेंटां नूं साहित्य की लाग लाई, बहुत सारे साहित्यकार पैदा किए, कलमकार पैदा किए, जिन्हां विचों एक मैं भी हाँ। अज उन्हां बारे गलबात करांगे आपां। उन्हां दे बारे गलबात करन दे लई उन्हां दे ही स्टूडेंट, उन्हां दे ही शागिर्द पंजाबी के प्रसिद्ध नावलकार अवतार सिंह विलिंग साडे कोल हाज़र ने। अवतार सिंह विलिंग बारे मैं दसते चलना कि मैं खुद भी जो साहित्यक रचनावां लिखनियां शुरू कीतियां, निरोल लिटरेरी लिखता, पत्रकारी नहीं लिटरेरी लिखता, जिहदे विच के रेखा चित्र सी साहित्यक। मेरे पहले पाठकों के आलोचकों के विचों महेंद्र सिंह मानूपुरी तो दूसरे अवतार सिंह विलिंग सन। जां ऐ कह लो कि मैं वो लिखता सब तो पहला जो दिखाउंदा सीगा वो महेंद्र सिंह मानूपुरी ते अवतार सिंह विलिंग नूं दिखाउंदा सी। सो इस गल का भी खुलासा मैं पहली बार करन लग्या तुहाडे कोल। मानूपुरी साहब बारे तो पता ही है, लेकिन अवतार सिंह विलिंग भी मेरियां साहित्यक लिखतां दे आलोचक ते पाठक पहले रहे ने। अज उन्हें ही उस ही शख्सियत दे नाल मानूपुरी साहब की जिहड़ी शख्सियत दे वख-वख पहलुआं दे उत्ते आपां गलबात करांगे। विलिंग साहब बहुत बहुत तुहाडा स्वागत। निੱਘੀ जी आਇਆਂ ਨੂੰ ਸਾਡੇ ਪ੍ਰੋਗਰਾਮ ਦੇ ਵਿੱਚ। ਤੁਹਾਡੀ ਬੜੀ ਮਿਹਰਬਾਨੀ, ਤੁਸੀਂ ਮੈਨੂੰ ਮੌਕਾ ਦਿੱਤਾ ਕਿ ਆਪਾਂ ਉਸ ਪਿਆਰੇ ਜੋ ਸਾਡੇ ਅਧਿਆਪਕ ਤੋਂ, ਸਾਡੇ ਰਾਹ ਦਸੇਰੇ ਤੋਂ ਸਾਡੇ ਪਰਮ ਮਿੱਤਰ ਵੀ ਬਣ ਗਏ ਸੀ, ਤੇ ਉਹਨਾਂ ਬਾਰੇ ਆਪਾਂ ਗੱਲਾਂ ਕਰੀਏ, ਉਹਨਾਂ ਨੂੰ ਯਾਦ ਕਰੀਏ ਜੋ ਪਿਛਲੇ ਦਿਨੀ ਸਾਨੂੰ ਵਿਛੋੜਾ ਦੇ ਗਏ ਨੇ। ਵਿਲਿੰਗ ਸਾਹਿਬ, ਮੇਰਾ ਪਹਿਲਾ ਸਵਾਲ ਹੀ ਤੁਹਾਡੇ ਤੋਂ ਇਹ ਹੈਗਾ, ਕਿਉਂਕਿ ਦੇਖੋ ਜਿਵੇਂ ਆਪਾਂ ਕਹਿੰਦੇ ਨਾ, ਟੀਚਰ ਕਹਿੰਦੇ ਹੁੰਦੇ ਨੇ ਕਿ ਸਟੂਡੈਂਟ ਬਹੁਤ ਆਉਂਦੇ ਨੇ ਜੀ, ਸਟੂਡੈਂਟ ਪਰ ਨਾ ਯਾਦ ਕੋਈ ਰਹਿੰਦਾ, ਫਿਰ ਸਟੂਡੈਂਟ ਮਿੱਤਰਤਾ ਵਰਗਾ ਸਫ਼ਰ ਕੋਈ ਤੈਅ ਕਰਦਾ। ਇਹ ਗੱਲ ਅਧਿਆਪਕ ਤੇ ਵੀ ਲਾਗੂ ਹੁੰਦੀ ਆ। ਹੁਣ ਜੇ ਮੈਂ ਆਪਣਾ ਤਜਰਬਾ ਦੱਸਾਂ, ਮੈਨੂੰ ਬਹੁਤ ਸਾਰੇ ਅਧਿਆਪਕ ਮਿਲੇ ਪਰ ਬਹੁਤ ਘੱਟ ਨੇ ਜਿਨ੍ਹਾਂ ਨਾਲ ਅਜੇ ਤੱਕ ਵੀ ਮੇਰੇ ਵਧੀਆ ਲਿੰਕ ਨੇ, ਇੱਕ ਦੋਸਤ ਬਣ ਗਏ। ਹੁਣ ਮਾਨੂਪੁਰੀ ਸਾਹਿਬ ਦਾ ਤੁਹਾਡੇ ਮਿੱਤਰ ਬਣ ਜਾਣਾ, ਜਾਂ ਮਾਨੂਪੁਰੀ ਸਾਹਿਬ ਨੇ ਮੈਨੂੰ ਕਈ ਵਾਰ ਕਿਹਾ ਕਿ ਅਵਤਾਰ ਵਿਲਿੰਗ ਤੇ ਮੇਰੇ ਵਿਚਕਾਰ ਗੁਰੂ ਚੇਲੇ ਵਾਲਾ ਰਿਸ਼ਤਾ ਹੈਗਾ। ਸੋ ਆਹ ਜਿਹੜਾ ਰਿਸ਼ਤਾ ਬਣ ਜਾਣਾ, ਇਹ ਕਿਵੇਂ ਬਣਿਆ? ਦੇਖੋ ਜੀ, ਪਹਿਲੀ ਗੱਲ ਤਾਂ ਮੇਰਾ ਸੁਭਾਗ ਸੀ ਕਿ ਮੈਨੂੰ ਮਾਨੂਪੁਰੀ ਜੀ ਅਧਿਆਪਕ ਵਜੋਂ 8ਵੀਂ ਦੇ ਵਿੱਚ ਮਿਲੇ ਜੀ। ਮੈਂ ਪਹਿਲਾਂ ਖਾਲਸਾ ਸਕੂਲ ਖੰਨਾ ਦੇ ਵਿੱਚ 6ਵੀਂ 7ਵੀਂ ਕੀਤੀ। ਉੱਥੇ ਕੁਦਰਤੀ ਇਦਾਂ ਦਾ ਮਾਹੌਲ ਸੀ, ਇੱਕ ਦੋ ਟੀਚਰ ਉਦੋਂ ਕੁੱਟਣ ਕੱਟਣ ਦਾ, ਬੱਚਿਆਂ ਨੂੰ ਸਜ਼ਾ ਦੇਣ ਦਾ ਬੜਾ ਰਿਵਾਜ ਸੀ। ਬਿਨਾਂ ਵਜ੍ਹਾ ਤੋਂ ਮੈਨੂੰ ਇੱਕ ਪੰਜਾਬੀ ਟੀਚਰ ਵੱਲੋਂ ਮਤਲਬ ਉਹ ਆਪਾਂ ਕਿਤੇ ਫੇਰ ਗੱਲ ਕਰਾਂਗੇ, ਬਿਨਾਂ ਵਜ੍ਹਾ ਤੋਂ ਹੀ ਜਿਹੜਾ ਹੈਗਾ ਖੜਕਾਈ ਕੀਤੀ ਗਈ, ਥਪੜਾਈ ਕੀਤੀ ਗਈ। ਤੇ ਮੈਂ 8ਵੀਂ ਦੇ ਵਿੱਚ ਫਿਰ, ਇੱਕ ਤਾਂ ਮਾਨੂਪੁਰ ਨੇੜੇ ਸੀ, ਦੂਜਾ ਅਸਲੀ ਕਾਰਨ ਇਹ ਸੀ ਕਿ ਉੱਥੇ ਮਾਨੂਪੁਰ ਦੀ ਬੜੀ ਜਿਹੜਾ ਨੈਸ਼ਨਲ ਹਾਈ ਸਕੂਲ ਮਾਨੂਪੁਰ ਸੀ, ਇਸ ਦੀ ਪੜ੍ਹਾਈ ਦੀ ਵੀ ਚਰਚਾ ਸੀ ਇਲਾਕੇ ਦੇ ਵਿੱਚ। ਤੇ ਉਹ ਫਿਰ ਜਿਹੜਾ ਆਪਣੇ, ਤੇ ਮੈਨੂੰ ਪਿੰਡੋਂ ਨੇੜੇ ਵੀ ਸੀ, ਤੀਜਾ ਹੀ ਪਿੰਡ ਸੀ ਸਾਡੇ, ਮੇਰੇ ਪਿੰਡ ਸੇਹ ਤੋਂ। ਤੇ ਇਸ ਲਈ ਜਿਹੜਾ ਮੇਰਾ ਇੱਥੇ ਆਉਣਾ ਇੱਕ ਮੇਰੇ ਲਈ ਇਹ ਸਬੱਬ ਬਣਿਆ। ਤੇ ਉਹ ਅੱਛਾ, ਜਦੋਂ 8ਵੀਂ ਦੇ ਵਿੱਚ ਦਾਖਲ ਹੋਏ ਤੇ 8ਵੀਂ ਦੇ ਵਿੱਚ ਵੀ 3 ਅਧਿਆਪਕ ਬੜੀ ਸਖਤ ਸੀ, ਬਹੁਤ ਜ਼ਿਆਦਾ। ਜਿਵੇਂ ਸਾਡੇ ਹਿੰਦੀ ਵਾਲੇ ਅਧਿਆਪਕ ਸੀ, ਉਹ ਬਹੁਤ ਮਿਹਨਤੀ ਸੀ, ਬਹੁਤ ਚੰਗੇ ਟੀਚਰ ਸੀ, ਹਸਾ ਕੇ ਕੁੱਟ ਦਿੰਦੇ ਸੀ ਪਰ ਮਿਹਨਤ ਕਰਾਉਂਦੇ ਸੀ। ਇਸੇ ਤਰ੍ਹਾਂ ਇੰਗਲਿਸ਼ ਦੇ ਸਰਦਾਰ ਗੁਰਮੇਲ ਸਿੰਘ ਸੀ, ਉਹ ਵੀ ਬਹੁਤ ਮਿਹਨਤੀ ਸੀ ਪਰ ਸਖਤੀ ਉਹ ਵੀ ਬਹੁਤ ਕਰਦੇ ਸੀ। ਵੈਸੇ ਮੈਂ ਉਹਨਾਂ ਦੀ ਕਿਰਪਾ ਨਾਲ, ਜੇ ਮੈਂ ਉਹਨਾਂ ਕੋਲ ਪੜ੍ਹਿਆ, ਸਖਤੀ ਵੀ ਬਰਦਾਸ਼ਤ ਕੀਤੀ ਤੇ ਮੈਂ ਐਮਏ ਇੰਗਲਿਸ਼ ਤੱਕ ਪਹੁੰਚ ਗਿਆ। ਅੱਛਾ, ਮਾਨੂਪੁਰੀ ਜੀ ਜਿਹੜੇ ਸਾਡੇ ਤੀਜੇ ਅਧਿਆਪਕ ਇੱਕ ਮੈਥ ਦੇ ਸੀ, ਉਹ ਬਿਨਾਂ ਵਜ੍ਹਾ ਹੀ ਕੁੱਟਦੇ ਸੀ, ਪੜ੍ਹਾਉਂਦੇ ਵੀ ਹੈ ਨਹੀਂ ਸੀ। ਪਰ ਮਾਨੂਪੁਰੀ ਜੀ ਇੱਕ ਤਰ੍ਹਾਂ ਦਾ ਹਵਾ ਦਾ ਬੁੱਲਾ ਸੀ। ਜਦੋਂ ਕਲਾਸ 'ਚ ਆ ਜਾਂਦੇ ਸੀ, ਉਹ ਸਾਰੇ ਵਿਦਿਆਰਥੀਆਂ ਦੇ ਹਰਮਨ ਪਿਆਰੇ ਸੀ। ਕਾਰਨ ਇਹ ਸੀ ਕਿ ਇੱਕੋ ਇੱਕ ਅਧਿਆਪਕ ਸੀ ਜਿਹੜੇ ਸਜ਼ਾ ਨਹੀਂ ਸੀ ਦਿੰਦੇ, ਵਿਦਿਆਰਥੀਆਂ ਨੂੰ ਮਤਲਬ ਬੜੇ ਮੋਹ ਮੁਹੱਬਤ ਦੇ ਨਾਲ ਪੜ੍ਹਾਉਂਦੇ ਸੀ। ਔਰ ਉਹਨਾਂ ਦਾ ਜਿਹੜਾ ਸਬਜੈਕਟ ਸੀ ਉਹ ਵੀ ਬੜਾ ਦਿਲਚਸਪੀ ਵਾਲਾ ਸੀ।
ਤੇ ਇਸ ਕਰਕੇ ਉਹਨਾਂ ਦੇ ਨਾਲ 8ਵੀਂ 9ਵੀਂ 10ਵੀਂ ਮੈਂ ਉਹਨਾਂ ਦੇ ਕੋਲ ਪੜ੍ਹਿਆ। ਔਰ ਮੈਨੂੰ ਲੱਗਦਾ ਵੀ ਮੈਂ ਜਿੰਨਾ ਕੁਝ ਉਦੋਂ 10ਵੀਂ 1968 ਚ ਮੈਂ ਕੀਤੀ ਸੀ, ਉਹਨਾਂ 3 ਸਾਲਾਂ ਦੇ ਵਿੱਚ ਮੈਨੂੰ ਬਹੁਤ ਕੁਝ ਹੁਣ ਵੀ ਯਾਦ ਹੈ ਜੋ ਉਹਨਾਂ ਨੇ ਸਾਨੂੰ ਪੜ੍ਹਾਇਆ। ਮਗਰੋਂ ਜਦੋਂ ਮੈਂ ਕਾਲਜ, ਅੱਛਾ ਵੱਡੀ ਗੱਲ, ਮਤਲਬ ਉਹਨਾਂ ਨੂੰ ਪਹਿਲੀ ਵਾਰ ਜਾਂ ਜਿਹੜੇ 3 ਸਾਲ ਮੈਂ ਉਹਨਾਂ ਕੋਲ ਗੁਜ਼ਾਰੇ, ਉਹਦੇ ਵਿੱਚ ਮੇਰੇ ਅੰਦਰ ਇੱਕ ਤਰ੍ਹਾਂ ਦਾ ਲਿਖਣ ਦਾ ਜਿਹੜਾ ਬੀਜ ਸੀ, ਉਹ ਮਤਲਬ ਕਿਸੇ ਨਾ ਕਿਸੇ ਤਰ੍ਹਾਂ ਉਹ ਬੀਜ ਰੂਪ ਦੇ ਵਿੱਚ ਉਹ ਗੱਲ ਪੈਦਾ ਹੋ ਗਈ। ਜੀ ਜੀ। ਤੇ ਉਹ ਮਤਲਬ ਜਦੋਂ ਮੈਂ ਜੇ ਤੁਹਾਨੂੰ ਹੋਰ ਵਿਸਤਾਰ ਵਿੱਚ ਦੱਸਾਂ ਕਿ ਉਹ ਸਿਲੇਬਸ ਦੀਆਂ ਕਿਤਾਬਾਂ ਤਾਂ ਪੜ੍ਹਾਉਂਦੇ ਹੀ ਸੀ, ਪਰ ਕਦੇ ਕਦੇ ਕਲਾਸ ਦੇ ਵਿੱਚ ਉਹ ਆਪਣੀ ਕੋਈ ਕਹਾਣੀ, ਆਪਣਾ ਕੋਈ ਕੁਝ ਸੁਣਾਉਂਦੇ ਸੀ। ਜਿਵੇਂ ਉਹਨਾਂ ਨੇ ਸਾਨੂੰ ਇੱਕ ਵਾਰੀ ਸੁਣਾਇਆ ਮੇਰੇ ਪਿੰਡ ਦੇ ਅਨਘੜ ਨਮੂਨੇ। ਉਹ 5-4 ਦਿਨਾਂ ਬਾਅਦ ਇੱਕ ਕਹਾਣੀ ਸੁਣਾ ਦੇਣੀ ਆਪਣੇ ਪਿੰਡ ਦੇ ਪਾਤਰਾਂ ਦੇ ਬਾਰੇ, ਸ਼ਬਦ ਚਿੱਤਰ ਵਾਂਗੂ ਹੁੰਦੀ ਸੀ। ਜਦੋਂ ਮਤਲਬ ਮੈਂ ਕਾਲਜ ਦੇ ਵਿੱਚ ਗਿਆ, ਇਸ ਕਾਲਜ ਖੰਨਾ ਦੇ ਵਿੱਚ 11ਵੀਂ ਜਮਾਤ ਹੁੰਦੀ ਸੀ, ਉਹਨੂੰ ਪ੍ਰੀ ਯੂਨੀਵਰਸਿਟੀ ਕਹਿੰਦੇ ਸੀ। ਤੇ ਉੱਥੇ ਮੈਗਜ਼ੀਨ ਦੇ ਵਿੱਚ ਲਈ ਮੈਂ ਸੋਚਿਆ ਸ਼ਬਦ ਸਰੋਜ ਲਈ ਵੀ ਮੈਂ ਵੀ ਕਹਾਣੀ ਲਿਖ ਸਕਦਾ, ਉਹੀ ਜਿਹੋ ਜਿਹੀ ਮਾਨੂਪੁਰੀ ਜੀ ਸੁਣਾਉਂਦੇ ਸੀ। ਤੇ ਉਹਨਾਂ ਦੀ ਪ੍ਰੇਰਨਾ ਸਦਕਾ ਹੀ ਮੈਂ ਉੱਥੇ ਪਹਿਲੀ ਕਹਾਣੀ ਲਿਖੀ ਜਿਹੜੀ ਮੇਰੀ ਉੱਥੇ ਛਪੀ। ਤੇ ਫਿਰ ਇੱਕ ਹੋਰ ਕਹਾਣੀ ਪਹਿਲੀ ਸੀ ਸਹੁੰ ਬਾਪ ਦੀ, ਫਿਰ ਪੰਚ, ਤੇ ਇਸ ਤਰ੍ਹਾਂ ਮੇਰੀਆਂ ਕਹਾਣੀਆਂ। ਤੇ ਫਿਰ ਮੇਰਾ ਗਵਰਨਮੈਂਟ ਕਾਲਜ ਲੁਧਿਆਣਾ ਦੇ ਵਿੱਚ ਮੈਂ ਐਮਏ ਇੰਗਲਿਸ਼ ਕਰਨ ਲਈ ਚਲਾ ਗਿਆ। ਉੱਥੇ ਜਿਹੜਾ ਸਤਲੁਜ ਨਾਂ ਦਾ ਮੈਗਜ਼ੀਨ ਸੀ, ਉਹਦੇ ਵਿੱਚ ਵੀ ਮੇਰੀ ਬੱਟ ਨਾਂ ਦੀ ਕਹਾਣੀ ਛਪੀ ਸੀ। ਤੇ ਫਿਰ ਬੀਐਡ ਕਰਨ ਦੇ ਲਈ ਚੰਡੀਗੜ੍ਹ ਦੇ ਵਿੱਚ ਵੀ ਮੇਰੀ ਜਿਹੜੀ ਕਹਾਣੀ ਸੀ ਉਹ ਛਪੀ ਸੀ। ਮਤਲਬ ਜੇ ਮੈਂ ਇਹ ਸੋਚਦਾ ਹੁੰਦਾ ਵੀ ਮਾਨੂਪੁਰੀ ਜੀ ਦੇ ਨਾਲ ਮੇਰਾ ਜਿਹੜਾ ਮਿਲਾਪ ਹੋਇਆ ਬਤੌਰ ਟੀਚਰ, ਉੱਥੋਂ ਉਹਨਾਂ ਦੇ ਕੋਲੋਂ ਸੁਣ ਕੇ ਹੀ ਮੇਰੇ ਅੰਦਰ ਕਹਾਣੀ, ਦੇਖੋ ਕਿਤਾਬਾਂ ਦੇਣ ਦਾ ਤਾਂ ਉਹਨਾਂ ਦਾ ਸਾਡੇ ਵੱਲ ਇੰਨਾ ਜ਼ਿਆਦਾ ਸੀ ਕਿ ਹਰ ਸ਼ਨੀਚਰਵਾਰ ਨੂੰ ਉਹ ਕਿਤਾਬਾਂ ਲਾਇਬ੍ਰੇਰੀ ਵਿੱਚੋਂ ਵੰਡਦੇ ਸੀ, ਸਾਨੂੰ ਜਾਰੀ ਕਰਦੇ ਸੀ। ਤੇ ਬਹੁਤ ਸਾਰੀਆਂ ਕਿਤਾਬਾਂ ਉਹਨਾਂ ਦੇ ਕੋਲ 3 ਸਾਲਾਂ ਵਿੱਚ ਪੜ੍ਹੀਆਂ। ਤੇ ਇੱਕ ਤਰ੍ਹਾਂ ਦਾ ਜਿਹੜਾ, ਬੇਸ਼ੱਕ ਸਾਨੂੰ ਪ੍ਰਾਇਮਰੀ ਸਕੂਲ ਦੇ ਵਿੱਚ ਵੀ ਸਾਡੇ ਟੀਚਰ ਮਾਸਟਰ ਕਸ਼ਮੀਰਾ ਸਿੰਘ ਨੇ ਇਹ ਜਿਹੜਾ ਸਾਡਾ ਕਿਤਾਬਾਂ ਪੜ੍ਹਨ ਦਾ ਜਿਹੜਾ ਦੀ ਰੁਚੀ ਸੀ ਉਹ ਸਾਡੇ ਅੰਦਰ ਵਿਕਸਿਤ ਕਰ ਦਿੱਤੀ ਸੀ। ਪਰ ਇਹਨਾਂ ਦੇ ਕੋਲ ਆ ਕੇ ਉਹਨੂੰ ਬਹੁਤ ਜ਼ਿਆਦਾ ਬਲ ਮਿਲਿਆ, ਉੱਚੇ ਪੱਧਰ ਦੀਆਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ। ਤੇ ਉਹੀ ਫਿਰ ਅੱਗੇ ਕਾਲਜ ਤੱਕ ਚਲਿਆ ਗਿਆ। ਤੇ ਜਿਹੜੀ ਲਿਖਣ ਦੀ ਗੱਲ ਸੀ, ਉਹ ਜੇ ਮੈਂ ਸੋਚਦਾ ਹੁੰਦਾ ਵੀ ਜੇ ਮੈਂ ਮਾਨੂਪੁਰੀ ਜੀ ਕੋਲ ਨਾ ਪੜ੍ਹਦਾ ਤੇ ਹੋ ਸਕਦਾ ਮੇਰੇ ਮਨ ਦੇ ਵਿੱਚ ਇਹ ਬੀਜ ਨਾ ਪੁੰਗਰਦਾ। ਇਸ ਲਈ ਮੈਂ ਤੁਹਾਨੂੰ ਜਿਹੜੀ ਮੁੱਖ ਗੱਲ ਹੈ, ਲਿਖਣ ਦਾ ਮੁੱਢ ਇਹਨਾਂ ਮਾਨੂਪੁਰੀ ਜੀ ਕੋਲੋਂ ਇੱਕ ਤਰ੍ਹਾਂ ਨਾਲ ਬੱਝਿਆ। ਤੇ ਅੱਗੇ ਮੇਰੇ ਜਿਹੜੇ ਅਧਿਆਪਕ ਸੀ, ਐਮਏ ਦੇ ਡਾਕਟਰ ਤੇਜਵੰਤ ਸਿੰਘ ਗਿੱਲ ਸੀ, ਸੁਰਿੰਦਰ ਸਿੰਘ ਨਰੂਲਾ ਸੀ, ਜਾਂ ਫਿਰ ਅੱਗੇ ਪ੍ਰੋਫੈਸਰ ਅਵਤਾਰ ਸਿੰਘ ਢਾਲੀਵਾਲ ਸੀ, ਜਾਂ ਬਾਅਦ ਦੇ ਵਿੱਚ ਆ ਕੇ ਪ੍ਰੋਫੈਸਰ ਆਪਣੇ ਰਘੁਵੀਰ ਸਿੰਘ ਸੀ। ਇਹ ਮੈਨੂੰ ਅਗਲੇ ਸਬੱਬ ਬਣਦੇ ਗਏ ਕਿ ਜਿਹਦੇ ਨਾਲ ਮੈਨੂੰ ਲਿਖਣ ਦੇ ਲਈ ਹੁੰਗਾਰਾ, ਉਸਾਰੂ ਹੁੰਗਾਰਾ ਮਿਲਦਾ ਗਿਆ ਤੇ ਮੈਂ ਇੰਨੀਆਂ ਰਚਨਾਵਾਂ ਕਰ ਸਕਿਆ। ਉਹਦੇ ਵਿੱਚ ਮੇਰੇ ਲਿਖਣ ਦੇ ਵਿੱਚ ਮੈਨੂੰ ਮਤਲਬ ਪ੍ਰੇਰਨਾ ਸਰੋਤ ਜਿਹੜੇ ਬਣੇ, ਜਿਹੜਾ ਪਹਿਲਾ ਸਟੈਪ ਸਟੋਨ ਬਣਿਆ, ਉਹ ਮਹਿੰਦਰ ਸਿੰਘ ਜੀ ਮਾਨੂਪੁਰੀ ਸੀ। ਜਿਵੇਂ ਤੁਸੀਂ ਇਹਨਾਂ ਦੇ ਕੋਲੋਂ 10ਵੀਂ ਕਰਕੇ ਗਏ, ਫਿਰ ਲਗਾਤਾਰ ਤੁਹਾਡਾ ਆਪਸ ਵਿੱਚ ਸੰਪਰਕ ਬਣਿਆ ਰਿਹਾ ਜਾਂ ਬਾਅਦ ਵਿੱਚ ਫਿਰ ਕਦੇ ਤੁਹਾਡੀ ਮੁਲਾਕਾਤ ਹੋਈ? ਨਹੀਂ, ਸਾਡਾ ਉਹ ਜਦੋਂ ਮੈਂ ਪੜ੍ਹਨ ਬੀਏ ਕੀਤੀ, ਫਿਰ ਮੈਂ ਐਮਏ ਕੀਤੀ। ਤੇ ਐਮਏ ਤੋਂ ਬਾਅਦ ਮੈਂ 1-2 ਸਾਲ ਕਾਲਜਾਂ ਦੇ ਵਿੱਚ ਇੰਟਰਵਿਊ ਕਾਲਜ ਲੈਕਚਰ ਲਈ ਦਿੰਦਾ ਰਿਹਾ। ਤੇ ਫਿਰ ਮੈਂ ਬੀਐਡ ਕਰਨ ਦੇ ਲਈ ਚੰਡੀਗੜ੍ਹ ਚਲਿਆ ਗਿਆ। ਉੱਥੇ ਮੈਂ ਪੰਜਾਬੀ ਤਾਂ ਨਹੀਂ ਸੀ ਪੜ੍ਹਦਾ, ਬੀਐਡ ਦੇ ਵਿੱਚ ਮੇਰਾ ਸਬਜੈਕਟ ਨਹੀਂ ਸੀ, ਇੰਗਲਿਸ਼ ਤੇ ਹਿਸਟਰੀ ਜੀਓਗ੍ਰਾਫੀ ਸੀ। ਪਰ ਜਿਹੜੇ ਮੇਰੇ ਟਿਊਟਰ ਸੀ ਉਹ ਪ੍ਰੋਫੈਸਰ ਅਵਤਾਰ ਸਿੰਘ ਢਾਲੀਵਾਲ ਸੀ, ਉਹ ਮਹਿੰਦਰ ਸਿੰਘ ਮਾਨੂਪੁਰੀ ਦੇ ਤੇ ਵੀ ਬੀਐਡ ਦੇ ਕਲਾਸ ਫੈਲੋ ਸੀ। ਉੱਥੇ ਫਿਰ ਮੈਨੂੰ ਉਹਨਾਂ ਵੱਲੋਂ ਬਹੁਤ ਜ਼ਿਆਦਾ ਹੁੰਗਾਰਾ ਮਿਲਿਆ। ਮੈਨੂੰ ਲਿਖਣ, ਉਹਨਾਂ ਨੇ ਮੈਨੂੰ ਮੈਗਜ਼ੀਨ ਦਾ, ਕਾਲਜ ਮੈਗਜ਼ੀਨ ਦਾ ਸੰਪਾਦਕ ਬਣਾ ਦਿੱਤਾ। ਤੇ ਉਹ ਉੱਥੋਂ ਜਦੋਂ ਮੈਂ ਬੀਐਡ ਤੋਂ ਬਾਅਦ ਜਦੋਂ ਮੈਂ ਆਇਆ
ਵਾਪਸ ਤੇ ਫਿਰ ਮਾਨੂਪੁਰੀ ਜੀ ਨਾਲ ਮੇਰਾ, ਮੈਂ ਕੁਝ ਕਹਾਣੀਆਂ ਲਿਖੀਆਂ ਸੀ, ਉਹ ਪ੍ਰੋਫੈਸਰ ਅਵਤਾਰ ਸਿੰਘ ਧਾਲੀਵਾਲ ਹੋਰਾਂ ਨੇ ਵੀ ਪੜ੍ਹੀਆਂ ਤੇ ਮਹਿੰਦਰ ਸਿੰਘ ਮਾਨੂਪੁਰੀ ਹੋਰਾਂ ਨੇ ਵੀ ਪੜ੍ਹੀਆਂ, ਤੇ ਮੈਨੂੰ ਇਹਨਾਂ ਨੇ ਫਿਰ ਲਿਖਣ ਦੇ ਵਾਸਤੇ ਜਿਹੜਾ ਦੁਬਾਰਾ ਸਾਡਾ ਜਿਹੜਾ ਮਿਲਾਪ ਮਾਨੂਪੁਰੀ ਜੀ ਨਾਲ ਹੋਇਆ, ਉਹ 1980 ਦੇ ਨੇੜੇ ਤੇੜੇ ਇੱਥੋਂ ਕੁ ਫਿਰ ਸਾਡਾ ਦੁਬਾਰਾ ਮਤਲਬ ਅਸੀਂ ਆਪਸ ਵਿੱਚ ਹੀ, ਮੈਂ ਉਹਨਾਂ ਨੂੰ ਮਿਲਣਾ ਸ਼ੁਰੂ ਕੀਤਾ ਪਿੰਡ ਜਾ ਕੇ, ਤੇ ਉੱਥੋਂ ਫਿਰ ਲਿਖਣ ਵਾਲਾ ਜਿਹੜਾ ਕਾਰਜ ਸੀ ਉਹ ਮੇਰਾ ਸ਼ੁਰੂ ਹੋਇਆ, ਤੇ ਲਗਾਤਾਰ 80 ਤੋਂ ਲੈ ਕੇ ਹੁਣ 2022 ਤੱਕ 21 ਤੱਕ ਅਸੀਂ ਲਗਾਤਾਰ ਹੀ ਮਿਲਦੇ ਰਹੇ ਹਾਂ। ਜਦੋਂ ਮੈਂ ਇੱਥੇ ਵਿਦੇਸ਼ ਦੇ ਵਿੱਚ ਵੀ ਸੀ ਤਾਂ ਹਰ ਹਫ਼ਤੇ ਮੇਰਾ ਉਹਨਾਂ ਦੇ ਨਾਲ ਫੋਨ ਤੇ ਗੱਲ ਹੁੰਦੀ ਸੀ। ਉਹ ਸਾਰਾ ਸੰਪਰਕ। ਤੁਸੀਂ ਜਿਵੇਂ ਕਿਹਾ ਕਿ ਮੈਨੂੰ ਕਹਾਣੀ ਲਿਖਣ ਲਈ ਜਾਂ ਫਿਰ ਉਦੋਂ ਬਾਅਦ ਨਾਵਲਕਾਰ ਬਣਾਉਣ ਦੇ ਵਿੱਚ ਮਾਨੂਪੁਰੀ ਹੋਰਾਂ ਦਾ ਯੋਗਦਾਨ ਹੈ, ਉਹ ਕਿਵੇਂ ਤੁਸੀਂ ਕਹੋਗੇ, ਕਿਵੇਂ ਹੈਗਾ ਯੋਗਦਾਨ? ਹਾਂ, ਉਹ ਇੱਕ ਤਾਂ ਜਿਵੇਂ ਤੁਹਾਨੂੰ ਮੈਂ ਬੀਜ ਰੂਪ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਬਈ ਮੈਂ ਉਹਨਾਂ ਦੇ ਮੇਰੇ ਪਿੰਡ ਦੇ ਅਨਘੜ ਨਮੂਨੇ ਸੁਣ ਕੇ ਮੇਰੇ ਮਨ ਦੇ ਵਿੱਚ ਆਇਆ, ਮੈਂ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ ਜੀ। ਦੂਜਾ ਫਿਰ ਜਦੋਂ ਕਹਾਣੀਆਂ ਲਿਖਦੇ ਲਿਖਦੇ ਫਿਰ ਮੇਰੀਆਂ ਕੁਝ ਕਹਾਣੀਆਂ ਫਿਰ ਉਹ ਛਪਣ ਵੀ ਲੱਗ ਗਈਆਂ, ਤੇ ਫਿਰ ਮੈਨੂੰ ਮਾਨੂਪੁਰੀ ਜੀ ਨਾਲ ਮੇਰਾ ਲਗਾਤਾਰ ਮਹੀਨੇ 'ਚ 1-2 ਵਾਰ ਅਸੀਂ ਮਿਲ ਲੈਂਦੇ ਸੀ, ਤੇ ਉਹਨਾਂ ਨੇ ਕਹਿਣਾ ਵੀ ਤੁਹਾਡੀਆਂ ਕਹਾਣੀਆਂ ਦੇ ਵਿੱਚ ਨਾਵਲ ਦਾ ਜਿਹੜਾ ਹੈ ਨਾ ਉਹ ਵੱਡਾ ਤੁਹਾਡਾ ਤੁਸੀਂ ਵੱਡਾ ਵਿਸਤਾਰ ਕਰ ਸਕਦੇ ਹੋ, ਤੁਹਾਡਾ ਨਾਵਲ ਦੀ ਤੁਹਾਡੇ ਵਿੱਚ ਲਿਖਣ ਦੀ ਸਮਰੱਥਾ ਲੱਗਦੀ ਹੈ ਕਿ ਤੁਸੀਂ ਨਾਵਲ ਵਾਲੇ ਪਾਸੇ ਨੂੰ ਚੱਲੋ। ਜਿਹੜੇ ਮੈਂ ਤੁਹਾਨੂੰ ਪਹਿਲਾਂ ਜਿਵੇਂ ਉਹਨਾਂ ਦਾ ਵੀ ਨਾਂ ਲਿਆ, ਮੈਂ ਪ੍ਰੋਫੈਸਰ ਅਵਤਾਰ ਸਿੰਘ ਧਾਲੀਵਾਲ ਜਾਂ ਸਾਡੇ ਡਾਕਟਰ ਰਘਵੀਰ ਸਿੰਘ, ਉਹਨਾਂ ਨਾਲ ਵੀ ਮੇਰਾ ਉਦੋਂ ਬਾਹ ਪੈ ਗਿਆ ਸੀ, ਤੇ ਉਹਨਾਂ ਨੇ ਵੀ ਫਿਰ ਮੈਨੂੰ ਇਸੇ ਤਰ੍ਹਾਂ ਦਾ ਜਿਹੜਾ ਹੈ ਸੀ ਇਹ ਇਦਾਂ ਦਾ ਹੱਲਾਸ਼ੇਰੀ ਦਿੱਤੀ ਕਿ ਕਹਾਣੀਆਂ ਦੇ ਨਾਲ ਨਾਲ ਇਹ ਨਾਵਲ ਉੱਤੇ ਵੀ ਆਓ। ਤੇ ਇਸ ਲਈ ਮਾਨੂਪੁਰੀ ਜੀ ਨੇ ਫਿਰ ਮੈਨੂੰ ਮਤਲਬ ਉਹਨਾਂ ਨੂੰ, ਜੇ ਹੁਣ ਆਪਾਂ ਕਹੀਏ ਵੀ ਦੇਖੋ ਉਹਨਾਂ ਦੇ ਕੋਲ ਇਦਾਂ ਦੀ ਲਾਇਬ੍ਰੇਰੀ ਉਦੋਂ 3-4 ਹਜ਼ਾਰ ਕਿਤਾਬਾਂ ਹੋਣੀਆਂ ਔਰ ਦੁਰਲੱਭ ਪੁਸਤਕਾਂ ਹੋਣੀਆਂ, ਜਿਹਦੇ ਵਿੱਚ ਸਾਡੇ ਕੋਲ ਇਤਿਹਾਸ ਮਿਥਿਹਾਸ ਮਤਲਬ ਵੇਦਾਂ ਗ੍ਰੰਥਾਂ ਤੋਂ ਲੈ ਕੇ ਜਿਹੜੇ ਸਾਡੇ ਚਾਹੇ ਸਿੱਖ ਧਰਮ ਨਾਲ ਸੰਬੰਧਿਤ ਨੇ, ਸਾਰੇ ਧਰਮਾਂ ਨਾਲ ਸੰਬੰਧਿਤ ਪੁਸਤਕਾਂ, ਵੇਦ, ਉਪਨਿਸ਼ਦ, ਗੀਤਾ, ਤੇ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ, ਇਸੇ ਤਰ੍ਹਾਂ ਉਹਨਾਂ ਦੇ ਕੋਲ ਹੋਰ ਬੇਸ਼ੁਮਾਰ ਖਜ਼ਾਨਾ ਉਹਨਾਂ ਦੇ ਕੋਲ ਸੀ। ਫਿਰ ਰਸ਼ੀਅਨ ਜਿਹੜਾ ਸਾਹਿਤ ਸੀ, ਅੰਗਰੇਜ਼ੀ ਦਾ ਪੰਜਾਬੀ 'ਚ ਟਰਾਂਸਲੇਟ ਹੋਇਆ ਮੈਨੂੰ ਲੱਗਦਾ ਵੀ ਜਿੰਨੀਆਂ ਪੁਸਤਕਾਂ ਉਹਨਾਂ ਕੋਲ ਦੁਰਲੱਭ ਹੈਗੀਆਂ ਸੀ ਉਹ ਸ਼ਾਇਦ ਇਸ ਇਲਾਕੇ ਵਿੱਚ ਕਿਸੇ ਹੋਰ ਕੋਲ ਨਾ ਹੋਣ। ਤੇ ਇਸ ਲਈ ਫਿਰ ਉਹ ਜਦੋਂ ਮੈਨੂੰ ਇਹ ਸੀ ਕਿ ਮੈਂ ਉਹਨਾਂ ਨਾਲ ਕਿਸੇ ਵੀ ਵਿਸ਼ੇ ਉੱਤੇ ਗੱਲ ਕਰ ਸਕਦਾ ਸੀ, ਤੇ ਉਹਨਾਂ ਕੋਲ ਉਸ ਦਾ ਢੁਕਵਾਂ ਜਵਾਬ ਹੁੰਦਾ ਸੀ, ਤੇ ਉਹ ਜਵਾਬ ਹੀ ਨਹੀਂ ਸੀ ਹੁੰਦਾ, ਨਾਲ ਕਿਤਾਬਾਂ ਵੀ ਹੁੰਦੀਆਂ ਸੀ। ਤੇ ਮੇਰੇ ਕੋਲ ਬੜੀਆਂ ਉਦਾਹਰਨਾਂ ਨੇ। ਜਿਵੇਂ ਇੱਕ ਵਾਰੀ ਮੈਂ ਜਦੋਂ ਚਲੋ ਪਹਿਲਾਂ ਨਿਰੰਜਨ ਮਸ਼ਾਲ 'ਚ ਲਿਖਿਆ, ਜਦੋਂ ਮੈਂ ਇੱਕ ਤੀਜਾ ਨਾਵਲ ਲਿਖਣਾ ਸੀ ਉਸ ਦੇ ਵਿੱਚ ਉਹ ਇਹਨਾਂ ਰਾਹਾਂ ਉੱਤੇ, ਤੇ ਮੈਨੂੰ ਕੋਈ ਭਾਰਤੀ ਜਿਹੜਾ ਸਾਡੇ ਸਮਾਜ ਦੇ ਵਿੱਚ ਮਤਲਬ ਅਸੀਂ ਸਾਡਾ ਭਾਰਤੀ ਸਮਾਜ ਕਿਹੋ ਜਿਹਾ, ਬੇਸਿਕਲੀ ਸਾਡਾ ਸਮਾਜ ਇੱਕੋ ਹੀ ਹੈ, ਤੇ ਉਹਨਾਂ ਨੇ ਮੈਨੂੰ ਇੱਕ ਪੁਸਤਕ ਦਿੱਤੀ ਭਾਰਤੀ ਸਮਾਜ, ਜਿਹੜੀ ਇੰਗਲਿਸ਼ ਤੋਂ ਜਾਂ ਸ਼ਾਇਦ ਹਿੰਦੀ ਤੋਂ ਟਰਾਂਸਲੇਟ ਹੋਈ ਸੀ। ਤੇ ਉਹ ਨਾਵਲ ਦਾ ਜਿਹੜੀ ਮੇਰੇ ਮਨ ਦੇ ਵਿੱਚ ਕੋਈ ਸ਼ੱਕ ਸੀ ਕਿ ਫਰਜ਼ ਕਰੋ ਇੱਕ ਔਰਤ ਦਾ ਜਿਹੜਾ ਸਾਡੇ ਸਮਾਜ ਦੇ ਵਿੱਚ ਹੈ ਵੀ ਇੱਕ ਔਰਤ ਜੇ ਵਿਧਵਾ ਹੋ ਜਾਂਦੀ ਹੈ, ਦੂਜੇ ਨੰਬਰ ਤੇ ਉਸ ਨੂੰ ਫਿਊਡਲ ਕਲਚਰ ਦੇ ਵਿੱਚ ਦਿਓਰ ਦੇ ਸਿਰ ਧਰ ਦਿੰਦੇ, ਤੇ ਫਿਰ ਜੇ ਫੇਰ ਹੋਵੇ ਫੇਰ ਕੀ ਕਰਦੇ। ਉਸ ਕਿਤਾਬ ਨੇ ਜਵਾਬ ਦਿੱਤਾ ਕਿ ਭਾਰਤੀ ਸਮਾਜ ਦੇ ਵਿੱਚ ਔਰਤ ਨੂੰ ਜੇ ਉਹ ਬੇਸਹਾਰਾ ਹੋ ਜਾਂਦੀ ਹੈ, ਉਹ ਉਸ ਦੇ ਦਿਓਰ ਦੇ ਸਿਰ, ਉਸ ਦੇ ਜੇਠ ਦੇ ਸਿਰ, ਉਸ ਦੇ ਈਵਨ ਸਹੁਰੇ ਦੇ ਸਿਰ, ਜਾਂ ਅੱਗੇ ਕਿਸੇ ਹੋਰ ਜਿਹੜਾ ਖੂਨ ਦਾ ਰਿਸ਼ਤਾ ਨਾ ਹੋਵੇ ਉਹਦੇ ਤੇ ਉਹ ਨਿਰਭਰ ਹੋ ਸਕਦੀ ਹੈ, ਜੇ ਉਹਦਾ ਕੋਈ ਹੋਰ ਕੁਝ ਨਾ ਹੋਵੇ। ਕਿਉਂਕਿ ਜ਼ਗੀਰਦਾਰੀ ਸਮਾਜ ਦੇ ਵਿੱਚ ਜ਼ਮੀਨ ਨੂੰ ਬਚਾਉਣ ਦੇ ਲਈ ਬੜਾ ਕੁਝ ਏਦਾਂ ਕੀਤਾ ਜਾਂਦਾ ਸੀ, ਤੇ ਇਦਾਂ ਦੀਆਂ ਗੱਲਾਂ ਮਤਲਬ ਉਸ ਨੂੰ ਉਹਨਾਂ ਦੇ ਉਸ ਪੁਸਤਕ ਦੇ ਵਿੱਚੋਂ ਮਤਲਬ ਮੈਨੂੰ ਮਿਲਿਆ ਵੀ ਇਹ ਜੋ ਮੈਂ ਕਰ ਰਿਹਾ ਮੈਂ ਠੀਕ ਕਰ ਰਿਹਾ। ਕਿਉਂਕਿ ਮੇਰੇ ਉਸ ਨਾਵਲ ਦੇ ਵਿੱਚ ਇੱਕ ਜਿਹੜੀ ਵਿਧਵਾ ਔਰਤ ਹੈ ਉਸ ਨੂੰ ਉਸ ਦੇ ਜੇਠ ਦੇ ਲੜਕੇ ਦੇ ਸਿਰ ਧਰ ਦਿੱਤਾ ਜਾਂਦਾ, ਜਿਹੜੀ ਕਿ ਬਾਅਦ ਦੁਖਾਂਤ ਦਾ ਕਾਰਨ ਬਣਦਾ।
ਹਾਂਜੀ। ਜੀ ਜੀ ਬਿਲਕੁਲ ਅੱਛਾ ਮੇਰਾ ਅਗਲਾ ਸਵਾਲ ਵੀ ਇਹੀ ਹੈ ਵਿਲਿੰਗ ਸਾਹਿਬ ਕਿ ਤੁਸੀਂ ਉਹਨਾਂ ਦੇ ਕਾਫੀ ਕਿਤਾਬਾਂ ਦੀ ਗੱਲ ਕੀਤੀ, ਉਹਨਾਂ ਕੋਲ ਵਿਗਿਆਨ ਦੇ ਸਮੁੰਦਰ ਹੋਣ ਦੀ ਗੱਲ ਕੀਤੀ। ਤੁਸੀਂ ਇੱਕ ਸ਼ਬਦ ਉਹਨਾਂ ਲਈ ਕਦੇ ਵਰਤਿਆ ਸੀਗਾ ਤੇ ਬਾਅਦ ਵਿੱਚ ਮੈਂ ਵੀ ਕਈ ਵਾਰ ਵਰਤਿਆ ਤੁਹਾਡੇ ਵਾਲਾ ਸ਼ਬਦ ਉਦਾਹਰਾ ਲੈ ਕੇ, ਕਿ ਤੁਸੀਂ ਉਹਨਾਂ ਨੂੰ ਪੰਜਾਬੀ ਦਾ ਇਨਸਾਈਕਲੋਪੀਡੀਆ ਕਹਿੰਦੇ ਸੀਗੇ। ਉਹ ਜਿਹੜਾ ਇਨਸਾਈਕਲੋਪੀਡੀਆ ਤੁਸੀਂ ਸ਼ਬਦ ਜਿਹੜਾ ਉਹਨਾਂ ਨੂੰ ਕਹਿੰਦੇ ਸੀਗੇ, ਕਿ ਇਹਦਾ ਕਾਰਨ ਮੇਨ ਇਹੀ ਰਿਹਾ? ਹਾਂਜੀ, ਦੇਖੋ ਕਈ ਵਾਰੀ ਏਦਾਂ ਹੁੰਦਾ ਹੈ, ਫਰਜ਼ ਕਰੋ ਜਦੋਂ ਵਿਦਿਆਰਥੀ ਅਧਿਆਪਕ ਦੇ ਕੋਲ ਪੜ੍ਹਦਾ ਹੁੰਦਾ ਹੈ, ਉਸ ਨੂੰ ਉਹ ਅਧਿਆਪਕ ਬਹੁਤ ਗਿਆਨਵਾਨ ਲੱਗਦਾ ਹੁੰਦਾ ਹੈ, ਤੇ ਜਦੋਂ ਉਹ ਆਪ ਉੱਚੀ ਵਿੱਦਿਆ ਪ੍ਰਾਪਤ ਕਰ ਲੈਂਦਾ ਹੈ ਤੇ ਫਿਰ ਉਸ ਨੂੰ ਲੱਗਦਾ ਵੀ ਨਹੀਂ, ਮੇਰੇ ਤਾਂ ਅਧਿਆਪਕ ਦੇ ਕੋਲ ਬੜਾ ਸੀਮਤ ਜਿਹਾ ਗਿਆਨ ਸੀ, ਵੀ ਉਸੇ ਨੂੰ ਉਹ ਮੁੜ ਮੁੜ ਕੇ ਦੁਹਰਾਈ ਜਾਂਦੇ ਸੀ, ਬੇਸ਼ੱਕ ਬਹੁਤ ਮਿਹਨਤੀ ਸੀ। ਪਰ ਮੈਂ ਦੇਖੋ ਐਮਏ ਇੰਗਲਿਸ਼ ਕੀਤੀ, ਮੈਂ ਇੰਗਲਿਸ਼ ਦਾ ਬਹੁਤ ਸਾਹਿਤ ਪੜ੍ਹਿਆ ਤੇ ਹੋਰ ਵੀ ਪੜ੍ਹਿਆ, ਤੇ ਇਹਨਾਂ ਵੱਲੋਂ ਸੁਝਾਇਆ ਹੋਇਆ ਸਾਹਿਤ ਵੀ ਬਹੁਤ ਪੜ੍ਹਿਆ। ਅੱਛਾ, ਉਹ ਮੈਨੂੰ ਇਹ ਹਮੇਸ਼ਾ ਹੀ ਮਾਨੂਪੁਰੀ ਜੀ ਤੇ ਜਿਹੜੇ ਮੈਂ 3 ਅਧਿਆਪਕਾਂ ਦੇ ਨਾਂ ਹੋਰ ਲਏ ਨੇ, ਇਹ ਮੈਨੂੰ ਬਾਅਦ ਦੇ ਵਿੱਚ ਵੀ ਇਸ ਤਰ੍ਹਾਂ ਲੱਗਦਾ ਰਿਹਾ ਕਿ ਇਹਨਾਂ ਕੋਲੋਂ ਮੇਰੇ ਲਈ ਸਿੱਖਣ ਲਈ ਹਾਲੇ ਵੀ ਬਹੁਤ ਕੁਝ ਹੈ। ਮਤਲਬ ਐਂ ਲੱਗਦਾ ਸੀ ਕਿ ਮੇਰੇ ਹਾਲੇ ਵੀ ਇਹ ਅਧਿਆਪਕ ਨੇ, ਇਹਨਾਂ ਦੇ ਕੋਲ ਬਹੁਤ ਗਿਆਨ ਹੈਗਾ। ਮਾਨੂਪੁਰੀ ਜੀ ਨੂੰ ਮੈਂ ਕਹਿੰਦਾ ਸੀ ਵੀ ਇਹ ਤਾਂ ਵਿਸ਼ਵਕੋਸ਼ ਨੇ, ਜੇ ਉਹਨਾਂ ਨੂੰ ਫਰਜ਼ ਕਰੋ ਕਿਸੇ ਵੀ ਟੌਪਿਕ ਉੱਤੇ, ਸਮਾਜ ਬਾਰੇ, ਧਰਮ ਬਾਰੇ, ਕਿਸੇ ਧਰਮ ਬਾਰੇ, ਕਿਸੇ ਵੀ ਜੀਓਗ੍ਰਾਫੀ ਬਾਰੇ। ਅੱਛਾ, ਮੈਂ ਤੁਹਾਨੂੰ ਦੱਸਾਂ ਵੀ ਮੇਰੇ ਲੜਕੇ ਨੇ ਆਸਟ੍ਰੇਲੀਆ ਜਾਣਾ ਸੀ, 2008 ਦੀ ਗੱਲ ਹੈ, ਤੇ ਮੈਂ ਕਿਹਾ ਜੀ ਉਹਨੇ ਆਸਟ੍ਰੇਲੀਆ ਜਾਣਾ, ਕਹਿੰਦੇ ਕਿੱਥੇ ਜਾਣਾ? ਦੇਖੋ ਹੁਣ ਉਹ ਤਾਂ ਬਾਹਰ ਕਿਤੇ ਵਿਦੇਸ਼ ਕਿਤੇ ਗਏ ਨਹੀਂ ਸੀ, ਦੇਸ਼ ਇੰਡੀਆ ਦੇ ਵਿੱਚੇ ਘੁੰਮੇ ਹੋਏ ਸੀ, ਤੇ ਉਹ ਵੀ ਮੇਰੇ ਖਿਆਲ 'ਚ ਬਹੁਤ ਜ਼ਿਆਦਾ ਨਹੀਂ ਸੀ। ਤੇ ਮੈਨੂੰ ਕਹਿੰਦੇ ਵੀ ਕਿੱਥੇ ਜਾਣਾ? ਮੈਂ ਕਿਹਾ ਜੀ ਆਸਟ੍ਰੇਲੀਆ ਜਾਣਾ। ਕਹਿੰਦੇ ਕਿੱਥੇ? ਮੈਂ ਕਿਹਾ ਵੀ ਪਰਥ ਜਾਣਾ। ਉਹ ਮੈਨੂੰ ਕਹਿੰਦੇ ਕਿ ਆਸਟ੍ਰੇਲੀਆ ਦੇ 4 ਹਿੱਸੇ ਨੇ, ਇਹ ਪੱਛਮੀ ਹਿੱਸਾ ਹੈਗਾ, ਇਹਦਾ ਪੰਜਾਬ ਵਰਗਾ ਪੌਣ ਪਾਣੀ ਆ, ਇੱਥੇ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ, ਬਹੁਤ ਜ਼ਿਆਦਾ ਸਰਦੀ ਪੈਂਦੀ ਹੈ। ਤੁਸੀਂ ਦੇਖੋ ਬਈ ਕਿਤਾਬਾਂ ਦੇ, ਉਹਨਾਂ ਦੀ ਸਾਰੀ ਵਿੱਦਿਆ 10ਵੀਂ ਤੋਂ ਬਾਅਦ ਪ੍ਰਾਈਵੇਟ ਸੀ। ਮਤਲਬ ਉਹਨਾਂ ਨੇ ਗਿਆਨੀ ਕੀਤੀ, ਉਹਨਾਂ ਨੇ ਐਮਏ ਪੰਜਾਬੀ ਕੀਤੀ, ਉਹਨਾਂ ਨੇ ਬੀਐਡ ਕੀਤੀ, ਉਹਨਾਂ ਨੇ ਮਤਲਬ ਬੀਟੀ ਕੀਤੀ, ਫਿਰ ਐਮਐਡ ਕੀਤੀ, ਤੇ ਇੰਨੀ ਵਿੱਦਿਆ ਹੋ ਕੇ ਤੁਸੀਂ ਉਹ ਜਿਓਗ੍ਰਾਫੀ ਦੇ ਗਿਆਨ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਮੈਨੂੰ ਨਹੀਂ ਸੀ ਪਤਾ ਕਿ ਆਸਟ੍ਰੇਲੀਆ ਦੇ ਵਿੱਚ ਪਰਥ ਕਿੱਥੇ ਹੈ ਜਾਂ ਉਹਦਾ ਪੌਣ ਪਾਣੀ ਕਿਹੋ ਜਿਹਾ। ਪਰ ਉਹਨਾਂ ਦੀ ਸਟੱਡੀ ਇੰਨੀ ਜ਼ਿਆਦਾ ਸੀ, ਉਹਨਾਂ ਨੇ ਮੈਨੂੰ ਜੋ ਉਹਦਾ ਨਕਸ਼ਾ ਖਿੱਚਿਆ, ਜੋ ਉਹਦੇ ਬਾਰੇ ਦੱਸਿਆ, ਉਹੀ ਸਾਰਾ ਸੱਚ ਸਾਬਤ ਹੋਇਆ ਕਿ ਉਹ ਉਸ ਤਰ੍ਹਾਂ ਦਾ ਹੀ ਸੀ। ਤੇ ਮੈਨੂੰ ਸਗੋਂ ਉਹਨਾਂ ਦੇ ਕੋਲੋਂ ਅਸੀਂ ਨਕਸ਼ਾ ਵਗੈਰਾ, ਮੈਂ ਤੁਹਾਨੂੰ ਇਸ ਲਈ ਕਹਿ ਰਿਹਾ ਕਿ ਕੋਈ ਵੀ ਗਿਆਨ ਕਿਸੇ ਪੱਖੋਂ ਵੀ ਪੁੱਛਣਾ ਹੋਵੇ, ਈਵਨ ਤੁਸੀਂ ਕਿਸੇ ਤਰ੍ਹਾਂ ਦਾ ਵੀ ਇਤਿਹਾਸ ਬਾਰੇ ਉਹਨਾਂ ਕੋਲੋਂ ਮਿਲ ਜਾਂਦਾ ਸੀ। ਇਤਿਹਾਸ ਬਾਰੇ ਬਹੁਤ ਸੀ, ਖਾਸ ਕਰਕੇ ਮੈਨੂੰ ਉਹਨਾਂ ਨੇ ਕਈ ਵਾਰ ਦੱਸਿਆ ਵੀ ਸਾਡਾ ਜਿਹੜਾ ਇਹ ਇਲਾਕਾ ਹੈਗਾ ਉਹ ਕਿਸ ਤਰ੍ਹਾਂ ਦਾ ਇਲਾਕਾ, ਜਿਹੜਾ ਅਵਤਾਰ ਸਿੰਘ ਵਿਲਿੰਗ ਉਹਨਾਂ ਦਾ ਪਿੰਡ ਹੈ, ਉੱਥੇ ਬੰਦਿਆਂ ਦੀ ਦਾੜੀ ਇਸ ਤਰ੍ਹਾਂ ਦੀ ਕਿਉਂ ਹੈਗੀ ਹੈ, ਫਲਾਣੇ ਤੇਰੀਆਂ ਅੱਖਾਂ ਇਸ ਤਰ੍ਹਾਂ ਦੀਆਂ ਕਿਉਂ ਨੇ, ਉਹਦੀ ਪੂਰੀ ਹਿਸਟਰੀ ਜਿਹੜੀ ਹੈਗੀ ਆ ਉਹ ਸਾਡੇ ਸਾਹਮਣੇ ਰੱਖ ਦਿੰਦੇ ਸੀਗੇ। ਹਾਂਜੀ, ਉਹਨਾਂ ਨੂੰ ਜਿਵੇਂ ਮਤਲਬ ਜੋ ਵੀ ਸਾਡਾ ਇਸ ਤਰ੍ਹਾਂ ਦਾ ਸਮਾਜ ਵਿਗਿਆਨ ਸੀ, ਸਾਡਾ ਲੋਕਾਂ ਦਾ ਜੋ ਇਸ ਤਰ੍ਹਾਂ ਦਾ ਤਾਣਾ ਬਾਣਾ ਸੀ, ਜਾਂ ਸਾਡਾ ਇਲਾਕਾ ਸੀ, ਜਾਂ ਸਾਡਾ ਇਸ ਇਲਾਕੇ ਦਾ ਇਤਿਹਾਸ ਸੀ, ਉਹਨਾਂ ਨੂੰ ਬਹੁਤ ਜ਼ਿਆਦਾ ਨੀਝ ਦੇ ਨਾਲ ਉਹਨਾਂ ਨੇ ਪੜ੍ਹਿਆ ਹੋਇਆ ਸੀ, ਔਰ ਉਹਨਾਂ ਕੋਲ ਉਹਦੇ ਸਬੂਤ ਵਜੋਂ ਵੀ ਸਾਰਾ ਕੁਝ ਕੋਲ ਹੁੰਦਾ ਸੀ। ਉਹਨਾਂ ਦੇ ਕੋਲ ਮਤਲਬ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਹੁਣ ਸਾਡੇ ਕੋਲ ਢਾਹਾ, ਜਿਹੜਾ ਮੇਰੇ ਉਸ ਇਲਾਕੇ ਨੂੰ, ਸਤਲੁਜ ਦਾ ਪੂਰਬੀ ਕੰਢਾ ਹੈ, ਇਹ ਤੋਂ 35 ਕਿਲੋਮੀਟਰ ਦੇ ਉੱਤੇ ਸਤਲੁਜ ਹੈਗਾ, ਤੇ ਸਾਰਾ ਏਰੀਆ ਇਹ ਢਾਹਾ ਕਿਹਾ ਜਾਂਦਾ। ਉਹ ਸਾਰਾ ਕੁਝ ਉਹਨਾਂ ਦੇ ਕੋਲ ਸੀ, ਉਹਨਾਂ ਦੀਆਂ ਕਿਤਾਬਾਂ ਦੇ ਵਿੱਚ ਸੀ, ਤੇ ਜਾਂ ਉਹਨਾਂ ਦੇ ਸੋਰਸ ਇਦਾਂ ਦੇ ਸੀ, ਉਹ ਤੋਂ ਪਤਾ ਕੀਤਾ ਜਾਂਦਾ ਸੀ। ਹੁਣ ਤੁਸੀਂ ਦੇਖੋ ਵੀ ਉਹ ਲੁਧਿਆਣੇ ਦੀ ਪੰਜਾਬ ਯੂਨੀਵਰਸਿਟੀ ਦੀ ਐਕਸਟੈਂਸ਼ਨ ਲਾਇਬ੍ਰੇਰੀ ਦੇ ਮੈਂਬਰ ਹੁੰਦੇ ਸੀ, ਤੇ 4 ਕਿਤਾਬਾਂ ਉੱਥੋਂ ਕਢਾਉਣ ਦੇ ਲਈ ਬੱਸ ਚੜ੍ਹ ਕੇ ਉਹ ਕਿਰਾਇਆ ਖਰਚ ਕੇ ਜਾਂਦੇ ਹੁੰਦੇ ਸੀ। ਹਾਂਜੀ, ਗਿਆਨ ਦੀ ਭੁੱਖ ਉਹਨਾਂ ਕੋਲ ਇੰਨੀ ਸੀ, ਤੇ ਫਿਰ ਗਿਆਨ ਉਹਨਾਂ ਨੂੰ ਕੋਈ ਇਕੱਤਰ ਕੀਤਾ ਹੋਇਆ ਇੰਨਾ ਸੀ ਕਿ ਸਾਨੂੰ ਮਤਲਬ ਗਿਆਨ ਦੇ ਲਈ ਮੈਂ ਜੋ ਮਰਜ਼ੀ ਉਹਨਾਂ ਕੋਲ ਪੁੱਛਾਂ, ਮੈਨੂੰ ਉਹਦਾ ਜਵਾਬ ਮਿਲਦਾ ਸੀ ਜੀ। ਇਸ ਕਰਕੇ ਮੈਂ ਉਹਨਾਂ ਨੂੰ ਕਹਿੰਦਾ ਸੀ ਵੀ ਇਹ ਤਾਂ ਜੀ ਐਨਸਾਈਕਲੋਪੀਡੀਆ ਨੇ,
ਚੱਲਦਾ ਫਿਰਦੇ ਇਹਨਾਂ ਤੋਂ ਜੋ ਮਰਜ਼ੀ ਪੁੱਛੋ, ਸਾਨੂੰ ਸਾਰਾ ਤੁਹਾਡੀ ਪੁੱਛ ਦਾ ਜਵਾਬ ਮਿਲੂਗਾ। ਵਿਲਿੰਗ ਸਾਹਿਬ, ਹੁਣ ਆਪਾਂ ਤੁਹਾਡੀ ਰਚਨਾ ਬਾਰੇ ਆਨੇ ਆ। ਤੁਸੀਂ ਇਹ ਕਈ ਵਾਰ ਕਿਹਾ, ਕਈ ਮੰਚਾਂ ਤੋਂ ਕਿਹਾ ਕਿ ਮਾਨੂਪੁਰੀ ਸਾਹਿਬ ਨੇ ਮੇਰੀ ਰਚਨਾ ਦੇ ਪਹਿਲੇ ਪਾਠਕਾਂ ਦੇ ਵਿੱਚੋਂ ਜਾਂ ਆਲੋਚਕਾਂ ਦੇ ਵਿੱਚੋਂ ਮਾਨੂਪੁਰੀ ਸਾਹਿਬ ਹੈ। ਇੱਕ ਤਾਂ ਮੈਨੂੰ ਦੱਸੋ ਕਿ ਸਾਹਿਤ ਬਾਰੇ ਜਿਹੜੀ ਉਹਨਾਂ ਦੀ ਸੂਝ ਆ, ਉਹ ਤੁਹਾਡਾ ਤਜਰਬਾ ਕਿਵੇਂ ਰਿਹਾ? ਜਦੋਂ ਤੁਹਾਨੂੰ ਕਿਸ ਤਰ੍ਹਾਂ ਦੀ ਰਾਏ ਦਿੰਦੇ ਸੀਗੇ, ਕਿਵੇਂ ਜਿਹੜਾ ਹੈਗਾ ਉਹਨਾਂ ਨੇ ਕਈ ਵਾਰ ਤੁਹਾਡੇ ਨਾਵਲਾਂ ਨੂੰ ਕਿਹਾ ਹੋਊਗਾ ਵੀ ਅਵਤਾਰ ਇਹਦੇ ਵਿੱਚ ਆਹ ਗੱਲ ਚੰਗੀ ਆ ਯਾਰ, ਆਹ ਗੱਲ ਇਹਨੂੰ ਕੱਢ ਦੇ, ਇਹਦੇ ਵਿੱਚ ਇਹ ਗੱਲ ਪਾ ਲੈ, ਜਾਂ ਫਿਰ ਆਪਾਂ ਇਹ ਵੀ ਕਹਿ ਸਕਦੇ ਕਿ ਮੇਰੇ ਸਵਾਲ ਹੈ ਕਿ ਤੁਹਾਡੇ ਨਾਵਲਾਂ ਵਿੱਚ ਕੀ ਮਹਿੰਦਰ ਸਿੰਘ ਮਾਨੂਪੁਰੀ ਹੋਰਾਂ ਦੇ ਨਾਂ ਦਾ ਵਰਗਾ ਕੋਈ ਕਰੈਕਟਰ ਆਇਆ? ਜਿਵੇਂ ਤੁਹਾਡਾ ਇੱਕ ਨਾਵਲ ਸੀਗਾ, ਉਹਦੇ ਵਿੱਚ ਇੱਕ ਮਹਿੰਦਰ ਸਿੰਘ ਮੋਤਵਰ ਕਰੈਕਟਰ ਸੀਗਾ, ਉਹ ਮੇਰੇ ਖਿਆਲ ਪੱਤ ਕੁਮਲਾ ਕੇ ਨਾਵਲ ਸੀਗਾ, ਤੇ ਕੀ ਉਹ ਸਾਨੂੰ ਥੋੜਾ ਥੋੜਾ ਭੁਲੇਖਾ ਪੈਂਦਾ ਸੀ ਵੀ ਇਹ ਸ਼ਾਇਦ ਮਹਿੰਦਰ ਸਿੰਘ ਜਿਹੜਾ ਹੈਗਾ ਮੋਤਵਰ ਹੈ ਉਹ ਮਾਨੂਪੁਰੀ ਨਾ ਕਿਤੇ ਖੁਦ ਨਾ ਹੋਣ? ਹਾਲਾਂਕਿ ਉਹਨਾਂ ਦੀ ਸ਼ਖਸੀਅਤ ਮਾਨੂਪੁਰੀ ਜੀ ਨਾਲ ਬਿਲਕੁਲ ਮਿਲਦੀ ਜੁਲਦੀ ਬਹੁਤੀ ਨਹੀਂ ਸੀਗੀ, ਕਾਫੀ ਹੱਦ ਤੱਕ ਹੈਗੀ ਵੀ ਸੀਗੀ ਜੀ। ਨਹੀਂ, ਇਦਾਂ ਦੀ ਉਹ ਮਹਿੰਦਰ ਸਿੰਘ ਮੋਤਬਰ ਤਾਂ ਜਿਹੜਾ ਹੈਗਾ ਉਹ ਤਾਂ ਇਸ ਤਰ੍ਹਾਂ ਦਾ ਨਹੀਂ, ਉਹ ਤਾਂ ਖੇਤੀ ਵਾਲਾ ਬੰਦਾ। ਇੱਕ ਕਰੈਕਟਰ ਜਿੱਥੇ ਟੀਚਰ ਦੇ ਰੂਪ ਦੇ ਵਿੱਚ ਇਹਨਾਂ ਰਾਹਾਂ ਉੱਤੇ ਦੇ ਵਿੱਚ ਮੈਂ ਹੁਣ ਜੇ ਯਾਦ ਕਰਾਂ ਸ਼ਾਇਦ ਉਹਦਾ ਨਾਮ ਮਾਸਟਰ ਆਤਮਾ ਸਿੰਘ ਹੈ। ਹਾਂਜੀ ਜੀ ਜੀ ਬਿਲਕੁਲ। ਤੇ ਉਹ ਕਰੈਕਟਰ ਜਿਹੜਾ ਹੈਗਾ ਉਹ ਉਸ ਦੇ ਵਿੱਚ ਜਿਹੜਾ ਜਵਾਕ ਆਪਣੀ ਚਾਚੀ ਦੇ ਸਿਰ ਧਰਿਆ ਜਾਂਦਾ ਹੈ ਜੀ, ਤੇ ਮਤਲਬ ਉਸ ਨੂੰ ਜਦੋਂ ਫਿਰ ਉਹ ਦੁਖਾਂਤ ਝੱਲਣਾ ਪੈਂਦਾ, ਉਹ ਘਰੋਂ ਭੱਜ ਜਾਂਦਾ ਹੈ। ਉਹ ਬਾਰ-ਬਾਰ ਔਰਤ ਮਰਦ ਦੇ ਸੰਬੰਧਾਂ ਬਾਰੇ ਤੇ ਆਦਮੀ ਔਰਤ ਦੀ ਉਮਰ ਬਾਰੇ, ਹਾਣ ਪ੍ਰਵਾਣ ਦੇ ਇਸ ਵੀ ਜਿਹੜੇ ਔਰਤ ਤੇ ਮਰਦ ਨੇ ਉਹ ਹਾਣ ਪ੍ਰਵਾਣ ਹੋਣੇ ਚਾਹੀਦੇ ਨੇ, ਇਹੋ ਜਿਹੀਆਂ ਗੱਲਾਂ ਫਿਰ ਉਹ ਬੈਕਗਰਾਉਂਡ ਦੇ ਵਿੱਚ ਘਰੋਂ ਭੱਜਿਆ ਹੋਇਆ ਪਟਿਆਲੇ ਚਲਾ ਜਾਂਦਾ ਹੈ, ਹੋਰ ਪਾਸੇ ਚਲਾ ਜਾਂਦਾ, ਤੇ ਉਹ ਯਾਦ ਕਰਦਾ ਮੁੜ ਕੇ। ਤੇ ਉਹ ਸਾਰੀਆਂ ਉਸ ਨੂੰ ਜਿਹੜੀਆਂ ਮਾਸਟਰ ਆਤਮਾ ਸਿੰਘ ਜਿਹੜਾ ਉਹ ਵਿੱਚ ਹੈ, ਉਹ ਕਿਸੇ ਹੱਦ ਤੱਕ ਮਹਿੰਦਰ ਸਿੰਘ ਮਾਨੂਪੁਰੀ ਦਾ ਕਰੈਕਟਰ ਹੈਗਾ ਸਿੱਖਿਆ ਪੱਖੋਂ। ਮਤਲਬ ਫਿਕਸ਼ਨ ਦੇ ਵਿੱਚ ਪੂਰਾ ਸੂਰਾ ਕਰੈਕਟਰ ਕੋਈ ਨਹੀਂ ਹੁੰਦਾ, ਤੇ ਇਸ ਲਈ ਉੱਥੇ ਉਹਨਾਂ ਦਾ ਜਿਹੜਾ ਹੈਗਾ ਉਹਦੇ ਵਿੱਚ ਮੈਂ ਤੁਹਾਨੂੰ ਥੋੜਾ ਵਿੱਚੋਂ ਟੋਕਦਾ ਵੀ ਹਾਂ, ਕਿਉਂਕਿ ਜਦੋਂ ਮੈਂ ਉਹ ਨਾਵਲ ਜੀ ਖੁਦ ਵੀ ਜਦੋਂ ਪੜ੍ਹਿਆ ਸੀ ਨਾ, ਤਾਂ ਮੈਨੂੰ ਇਹ ਲੱਗਦਾ ਸੀਗਾ ਕਿ ਜਦੋਂ ਆਤਮਾ ਸਿੰਘ ਨਾਲ ਉਹ ਲੜਕਾ ਸ਼ਾਇਦ ਸੁੱਖਾ ਸੀ, ਉਸ ਲੜਕੇ ਦਾ ਨਾਮ ਉਹ ਜਿਹੜਾ ਸੁੱਖਾ ਹੈਗਾ, ਸੁੱਖਾ ਜਦੋਂ ਗੱਲ ਕਰਦਾ ਆਤਮਾ ਸਿੰਘ ਨਾਲ, ਮੈਨੂੰ ਇਹ ਲੱਗਦਾ ਕਈ ਵਾਰ ਕਿ ਜਿਵੇਂ ਜਾਂ ਮੈਂ ਖੁਦ ਮਾਨੂਪੁਰੀ ਸਾਹਿਬ ਨਾਲ ਗੱਲ ਕਰ ਰਿਹਾ ਹੋਵਾਂ, ਜਦੋਂ ਮੇਰੀ ਕਿ ਉਮਰ ਆਈ ਸੀਗੀ, ਇਸ ਤਰ੍ਹਾਂ ਦੇ ਸਵਾਲ ਸੀਗੇ, ਜਾਂ ਮੈਨੂੰ ਕਈ ਵਾਰ ਲੱਗਿਆ ਕਿ ਅਵਤਾਰ ਸਿੰਘ ਵਿਲਿੰਗ ਗੱਲ ਕਰ ਰਹੇ ਨੇ ਮਹਿੰਦਰ ਸਿੰਘ ਮਾਨੂਪੁਰੀ ਨਾਲ, ਉਹ ਮੈਨੂੰ ਵੀ ਝਲਕਾਰਾ ਜਿਹਾ ਪਿਆ ਸੀ ਜੀ। ਹਾਂ ਬਿਲਕੁਲ, ਉੱਥੇ ਮਤਲਬ ਜਿਹੜਾ ਉਹਨਾਂ ਦਾ ਗਿਆਨ ਹੈ, ਜਿਹੜਾ ਉਹਨਾਂ ਦਾ ਜਿਨਸੀ ਪੱਖ ਤੋਂ ਗਿਆਨ ਹੈਗਾ ਜੀ, ਜਿਹੜਾ ਉਹਨਾਂ ਦਾ ਆਦਮੀ ਔਰਤ ਦੇ ਸੰਬੰਧਾਂ ਬਾਰੇ ਗਿਆਨ ਹੈਗਾ, ਜਿਹੜਾ ਉਹਨਾਂ ਦਾ ਵਿਆਹ ਦੀ ਸੰਸਥਾ ਬਾਰੇ ਗਿਆਨ ਹੈਗਾ, ਤੇ ਜਿਹੜਾ ਉਹਨਾਂ ਦਾ ਮਾਪਿਆਂ ਪ੍ਰਤੀ ਫਰਜ਼ਾਂ ਪ੍ਰਤੀ ਗਿਆਨ ਹੈਗਾ, ਉਹ ਸਾਰਾ ਉਸ ਦੇ ਵਿੱਚੋਂ ਝਲਕਦਾ ਹੈਗਾ। ਉਹ ਜੋ ਉੱਥੇ ਗੱਲਬਾਤ ਜਾਂ ਉਹ ਪਿਛੋਕੜ ਦੇ ਵਿੱਚ ਜਿਹੜਾ ਸੁੱਖਾ ਸੋਚਦਾ ਹੈਗਾ, ਤੇ ਉਹ ਸਾਰੇ ਹੀ ਦੇਖੋ ਗਿਆਨ ਤਾਂ ਮੇਰੇ ਨਾਵਲਾਂ ਦੇ ਵਿੱਚ, ਜੋ ਮੈਂ ਕੋਈ ਕਿਤਾਬਾਂ ਦੀ ਮਦਦ ਨਹੀਂ ਲਈ ਨਾਵਲ ਲਿਖਣ ਲਈ, ਮੇਰੇ ਨਾਵਲਾਂ ਦੇ ਵਿੱਚ ਲੋਕ ਗਿਆਨ ਹੈਗਾ, ਜਿਹੜਾ ਸਾਡੇ ਉਸ ਸਮੇਂ ਦੇ ਵਡਾਰੂਆਂ ਦੇ ਕੋਲੋਂ, ਮੇਰੇ ਅਧਿਆਪਕਾਂ ਦੇ ਕੋਲੋਂ, ਅਲੱਗ-ਅਲੱਗ ਜਗ੍ਹਾ ਦੇ ਹੋਰ ਬਜ਼ੁਰਗਾਂ ਕੋਲੋਂ, ਮਤਲਬ ਉਹਨਾਂ ਦਾ ਹੀ ਮੈਂ ਜਿਹੜਾ ਉਹਨਾਂ ਨਾਵਲਾਂ ਵਿੱਚ ਗਿਆਨ ਹੈ, ਜਿਹੜਾ ਜਿਹਨੂੰ ਆਪਾਂ ਲੋਕ ਵੇਦ ਕਹਿੰਦੇ ਆ, ਉਹੀ ਮੇਰੇ ਨਾਵਲਾਂ ਵਿੱਚ ਭਰਿਆ ਹੋਇਆ। ਤੇ ਉਹਦੇ ਵਿੱਚ ਮਹਿੰਦਰ ਸਿੰਘ ਮਾਨੂਪੁਰੀ ਦਾ ਗਿਆਨ ਵੀ ਜਗ੍ਹਾ ਜਗ੍ਹਾ ਤੇ ਆਉਂਦਾ, ਕਿਤੇ ਨਾ ਕਿਤੇ ਜਗ੍ਹਾ ਤੇ ਆਪਾਂ ਉਸ ਨੂੰ ਜੇ ਮਤਲਬ ਕਦੇ ਮੈਂ ਸੋਚਾਂ ਉਹ ਇਹ ਤਾਂ ਸਪੈਸ਼ਲ ਤਾਂ ਉਹਨਾਂ ਦੇ ਪਾਤਰ ਦੀ ਇਹੀ ਗੱਲ ਕਰ ਸਕਦੇ ਆ, ਪਰ ਬਾਕੀ ਵੀ ਥਾਂ ਤੇ ਉਹਨਾਂ ਦੀਆਂ ਕੀਤੀਆਂ ਗੱਲਾਂ ਜਾਂ ਉਹਨਾਂ ਵੱਲੋਂ ਜ਼ਿੰਦਗੀ ਦੇ ਵੱਖ-ਵੱਖ ਵਿਸ਼ਿਆਂ ਦੇ ਉੱਤੇ ਕੀਤੀਆਂ ਗੱਲਾਂ ਹੀ ਨਾਵਲਾਂ ਦੇ ਵਿੱਚ, ਜਿਹੜੀਆਂ ਸਾਡੇ ਸਾਹਿਤ ਦੇ ਵਿੱਚ ਇਸ ਤਰ੍ਹਾਂ ਦਾ ਹੋਰ ਅਧਿਆਪਕਾਂ ਵੱਲੋਂ ਕੀਤੀਆਂ ਗੱਲਾਂ ਵੀ ਉਹਦੇ ਵਿੱਚ ਆਉਂਦੀਆਂ ਨੇ। ਤੁਸੀਂ ਉਹਨਾਂ ਦੇ ਵੱਲੋਂ ਤੁਸੀਂ ਉਹਨਾਂ ਨੂੰ ਦਿੱਤੇ ਹੋਈ ਜਿਹੜੀ ਰਾਏ ਸੀਗੀ ਉਹਨੂੰ ਕਿੱਦਾਂ ਲੈਂਦੇ ਸੀਗੇ? ਮਤਲਬ ਤੁਹਾਨੂੰ ਕਿਵੇਂ ਲੱਗਦੀ ਸੀ ਉਹ ਰਾਏ? ਹੁੰਦਾ ਨਾ ਵੀ ਮੈਨੂੰ ਉਹਨਾਂ ਦੀ ਰਾਏ, ਦੇਖੋ ਇੱਕ ਤਾਂ ਉਹ ਕੋਈ ਏਦਾਂ ਦੀ ਰਾਏ ਆਪਣੇ ਉੱਤੇ ਥੋਪਦੇ ਨਹੀਂ ਸੀ, ਉਹ ਬੜੇ ਸੁਝਾਊ ਢੰਗ ਨਾਲ ਗੱਲ ਕਰਦੇ ਸੀ ਜੀ।
ਜਿਵੇਂ ਫਰਜ਼ ਕਰੋ ਨਾਵਲ ਦੇ ਬਾਰੇ ਕਹਿਣਾ ਵੀ ਨਾਵਲ ਦੇ ਵਿੱਚ ਬਹੁਤ ਕੁਝ ਆ ਜਾਂਦਾ ਹੁੰਦਾ। ਨਾਵਲ ਦੇ ਵਿੱਚ ਸਮਾਜ ਦਾ ਜੋ ਵੀ ਅਸੀਂ ਪੇਸ਼ ਕਰਦੇ ਹਾਂ ਕਿ ਸਾਡੇ ਜਿਹੜੇ ਪਾਤਰ ਨੇ, ਇੱਕ ਤਾਂ ਉਹਦੇ ਨਾਲ ਕਿਸੇ ਨਾਲ ਵਿਤਕਰਾ ਨਾ ਹੋਵੇ। ਅਸੀਂ ਹਰ ਪਾਤਰ ਨੂੰ ਉਸ ਦੇ ਅਨੁਪਾਤ ਦੇ ਅਨੁਸਾਰ ਜਿਹੜਾ ਜਿਹਾ ਉਹਦਾ ਰੋਲ ਹੈਗਾ ਨਾਵਲ ਦੇ ਵਿੱਚ ਆਪਾਂ ਉਹਨੂੰ ਪੂਰਾ ਪੇਸ਼ ਕਰੀਏ। ਦੇਖੋ, ਕਿਉਂਕਿ ਉਹਨਾਂ ਨੇ ਵੀ ਇੱਕ ਨਾਵਲ ਲਿਖਿਆ ਸੀ ਲੋਹੇ ਦੀ ਔਰਤ, ਜੇ ਤੁਹਾਨੂੰ ਯਾਦ ਹੋਵੇ, ਉਹਨੇ ਪੜ੍ਹਿਆ 70ਵਿਆਂ ਦੇ ਵਿੱਚ, ਜਿਹੜਾ ਉਹਨਾਂ ਨੂੰ ਨਾਵਲ ਦੀ ਬਹੁਤ ਜ਼ਿਆਦਾ ਨਾਵਲ ਦਾ ਗਿਆਨ ਸੀ। ਹੈ ਤਾਂ ਉਹਨਾਂ ਨੂੰ ਸਾਹਿਤ ਦੀ ਹਰੇਕ ਸਿਨਫ ਦਾ ਗਿਆਨ ਸੀ ਉਹਨਾਂ ਨੂੰ, ਕਿ ਕਵਿਤਾ ਕੀ ਹੈ, ਕਹਾਣੀ ਕੀ ਹੈ, ਨਾਵਲ ਕੀ ਹੈ, ਵਾਰਤਕ ਕੀ ਹੈ। ਉਹਨਾਂ ਨੂੰ ਹਰ ਪੱਖ ਤੋਂ ਲੋਕ ਗੀਤ ਕੀ ਹੈ, ਲੋਕ ਧਾਰਾ ਕੀ ਹੈ, ਉਹ ਸਾਰਾ ਉਹਨਾਂ ਕੋਲ ਗਿਆਨ ਹੈਗਾ ਸੀ। ਧਰਮ ਕੀ ਹੈ, ਤੇ ਉਹ ਫਿਰ ਇਸ ਲਈ ਜਦੋਂ ਮਤਲਬ ਮੇਰਾ ਉਹ ਨਾਵਲ, ਮੈਂ ਉਹਨਾਂ ਨੂੰ ਪਹਿਲਾ, ਦੂਜਾ, ਤੀਜਾ ਖਰੜਾ, ਫਿਰ ਮੈਂ ਜਦੋਂ ਮੈਨੂੰ ਲੱਗਦਾ ਸੀ ਕਿ ਮੈਂ ਤਾਂ ਜਦੋਂ ਮੇਰੇ ਪਹਿਲੇ ਜਿਹੜੇ ਨਾਵਲ ਨੇ, ਪਹਿਲੇ 4 ਨਾਵਲ ਤਾਂ ਮੈਂ ਹਰ ਸਾਲ ਇਹ ਨਾਵਲ ਨੂੰ ਇੱਕ ਵਾਰ ਲਿਖ ਲੈਣਾ ਤੇ ਉਹਨੂੰ ਰੱਖ ਦੇਣਾ, ਅਗਲੇ ਸਾਲ ਫੇਰ ਲਿਖਣਾ ਸਾਲ ਬਾਅਦ। ਜਦ ਤੀਜੀ ਵਾਰ ਮੈਂ ਲਿਖਦਾ ਸੀ, ਮੈਨੂੰ ਲੱਗਦਾ ਸੀ ਕਿ ਹੁਣ ਪੜ੍ਹਾਉਣ ਯੋਗ ਹੋ ਗਿਆ, ਫਿਰ ਮੈਂ ਮਾਨੂਪੁਰੀ ਜੀ ਨੂੰ ਪੜ੍ਹਾਉਂਦਾ ਸੀ। ਉਹ ਮੇਰੇ ਨਾਵਲਾਂ ਦੇ ਪਹਿਲੇ ਪਾਠਕ ਸੀ, ਤੇ ਉਹ ਫਿਰ ਪੜ੍ਹਨ ਤੋਂ ਬਾਅਦ ਸਹੀ ਰਾਏ ਵੀ ਦੇ ਦਿੰਦੇ ਸੀ ਕਿ ਆਪਾਂ ਨੂੰ ਇੱਥੇ ਜਿਹੜਾ ਹੈਗਾ, ਤੁਹਾਨੂੰ ਥੋੜਾ ਇਹਦਾ ਹੋਰ ਵਿਸਤਾਰ ਕਰਨ ਦੀ ਲੋੜ ਹੈ, ਤੁਹਾਨੂੰ ਇਸ ਦੇ ਵਿੱਚ ਸਮਾਜਿਕ ਪੱਖ ਆਹ ਅਣਗੌਲਿਆ ਹੋ ਰਿਹਾ, ਇਹ ਲਿਆਉਣ ਦੀ ਲੋੜ ਹੈ। ਅਸੀਂ ਪੂਰਾ ਉਹਦੇ ਤੇ ਡਿਸਕਸ਼ਨ ਪੂਰਾ ਕਰ ਲੈਂਦੇ ਸੀ, ਕਿਉਂਕਿ ਤੁਹਾਨੂੰ ਕਹਾਣੀ ਵੀ ਤੁਸੀਂ ਕਿਸੇ ਮੈਗਜ਼ੀਨ 'ਚ ਭੇਜ ਦੋਗੇ, ਛਪ ਜਾਊਗੀ। ਨਾਵਲ ਏਦਾਂ ਛਪ ਨਹੀਂ ਸਕਦਾ ਹੁੰਦਾ। ਨਾਵਲ ਦੇ ਲਈ ਤੁਹਾਨੂੰ ਚਰਚਾ ਕਰਨ ਲਈ ਬੜੇ ਸੁਹਿਰਦ ਮਿੱਤਰਾਂ ਦੀ ਲੋੜ ਹੁੰਦੀ ਹੈ, ਜਿਨ੍ਹਾਂ ਵਿੱਚੋਂ ਮੁੱਢਲੇ ਮੇਰੇ ਪਾਠਕ ਮਾਨੂਪੁਰੀ ਜੀ ਸੀ, ਤੇ ਜਿਹੜੇ ਮੈਂ ਤੁਹਾਨੂੰ ਹੋਰ ਵਿਦਵਾਨਾਂ ਦੇ ਨਾਂ ਲਏ ਨੇ ਤਾਂ ਮੇਰੇ ਜਾਂ ਇੱਕ ਦੋ ਪਾਠਕ ਮੇਰੇ ਪਿੰਡ ਦੇ ਸਧਾਰਨ ਜਿਹੜੇ ਪਾਠਕ ਸੀ, ਜਿਹੜੇ ਦਿਲਚਸਪੀ ਰੱਖਣ ਵਾਲੇ ਸੀ, ਉਹ ਵੀ ਹੈਗੇ ਸੀ। ਤੇ ਜਿਹੜੀ ਗੂੜ ਗੰਭੀਰ ਗਹਿਰ ਗੰਭੀਰ ਰਾਏ ਸੀ, ਉਹ ਮਾਨੂਪੁਰੀ ਜੀ ਦਿੰਦੇ ਸੀ ਮੁੱਢਲੇ ਸ਼ੁਰੂ ਦੇ ਵਿੱਚ। ਅੱਛਾ ਵਿਲਿੰਗ ਸਾਹਿਬ, ਹੁਣ ਆਪਾਂ ਮਾਨੂਪੁਰੀ ਸਾਹਿਬ ਦੀ ਰਚਨਾ ਬਾਰੇ ਆਉਂਦੇ ਹਾਂ। ਮਾਨੂਪੁਰੀ ਹਾਂਜੀ, ਸਾਹਿਬ ਬਾਲ ਸਾਹਿਤ ਵਿੱਚ ਕਾਫੀ ਜਿਹੜਾ ਹੈਗਾ, ਪਹਿਲਾਂ ਉਹਨੇ ਪ੍ਰੌੜ ਸਾਹਿਤ ਵੀ ਲਿਖਿਆ, ਬਾਲ ਸਾਹਿਤ ਵਿੱਚ ਉਹਨਾਂ ਦੀਆਂ 11 ਕਿਤਾਬਾਂ ਨੇ। ਤੁਸੀਂ ਗੱਲ ਕੀਤਾ ਸੀਗਾ ਕਿ ਨਾਵਲ ਵੀ ਉਹਨਾਂ ਨੇ 70ਵਿਆਂ 'ਚ ਲਿਖਿਆ, ਮੈਂ ਵੀ ਪੜ੍ਹਿਆ, ਤੁਸੀਂ ਪੜ੍ਹਿਆ, ਹੋਰ ਵੀ ਬਹੁਤ ਸਾਰੇ ਦੋਸਤਾਂ ਨੇ ਪੜ੍ਹਿਆ ਹੋਏਗਾ। ਮੇਰਾ ਸਵਾਲ ਇਹੀ ਹੈ ਕਿ ਉਹ ਇੰਨੇ ਵੱਡੇ ਗਿਆਨੀ ਸੀ, ਵਿਦਵਾਨ ਸੀਗੇ, ਅਸੀਂ ਤਾਂ ਉਹਨਾਂ ਦੇ ਕੋਲੋਂ ਇਹ ਵੀ ਆਸ ਰੱਖ ਸਕਦੇ ਸੀ ਵੀ ਕੋਈ ਨਾਵਲ ਵਰਗੀ ਵਿਧਾ, ਕੋਈ ਕਹਾਣੀ, ਜਾਂ ਫਿਰ ਜਿਵੇਂ ਪੰਜਾਬੀ 'ਚ ਇੱਕ ਵਾਰਤਕ ਦੀ ਬਹੁਤ ਵੱਡੀ ਘਾਟ ਹੈਗੀ, ਉਹ ਵਧੀਆ ਵਾਰਤਕ ਵੀ ਲਿਖਦੇ ਨੇ, ਗਿਆਨ ਵਾਲਾ ਬੰਦਾ, ਪਰ ਉਹ ਇਹ ਚੀਜ਼ਾਂ ਕਿਉਂ ਨਹੀਂ ਲਿਖ ਸਕੇ? ਫਿਰ ਉਹਨਾਂ ਨੇ ਬਾਲ ਸਾਹਿਤ ਹੀ ਕਿਉਂ ਅਪਣਾਇਆ? ਕਈ ਵਾਰ ਤਾਂ ਉਹਨਾਂ ਨੇ ਇੱਕ ਇੰਟਰਵਿਊ 'ਚ ਮੈਨੂੰ ਕਿਹਾ ਕਿ ਮੈਨੂੰ ਸਗੋਂ ਬਾਲ ਸਾਹਿਤ ਵੱਲ ਲਿਆਉਣ ਵਾਲਾ ਵੀ ਅਵਤਾਰ ਸਿੰਘ ਵਿਲਿੰਗ ਸੀਗਾ ਜੀ। ਹਾਂਜੀ, ਉਹ ਅਸਲ ਵਿੱਚ ਇੱਕ ਦੇਖੋ, ਮੇਰਾ ਪਹਿਲਾ ਜਿਹੜਾ ਪਬਲਿਸ਼ਰ ਸੀ, ਮਤਲਬ ਪਹਿਲਾਂ ਤਾਂ ਮੇਰੀ ਕਹਾਣੀਆਂ ਦੀ ਕਿਤਾਬ ਡਾਕਟਰ ਕਰਤਾਰ ਸਿੰਘ ਸੂਰੀ ਨੇ ਛਾਪੀ ਸੀ, ਮੌਤ ਦੇ ਸਾਏ ਹੇਠ, ਤੇ ਫਿਰ ਮੇਰੇ ਪਬਲਿਸ਼ਰ ਸੀ ਮੋਹਨ ਸਿੰਘ ਰਾਹੀ, ਰਵੀ ਸਾਹਿਤ ਪ੍ਰਕਾਸ਼ਨ ਵਾਲੇ। ਤੇ ਇੱਕ ਵਾਰੀ ਮਹਿੰਦਰ ਸਿੰਘ ਮਾਨੂਪੁਰੀ ਦੀ ਪੁਸਤਕ ਵੀ ਉਹਨਾਂ ਨੇ ਬਾਲ ਸਾਹਿਤ ਦੀ ਛਾਪੀ ਸੀ, ਤੇ ਉਹ ਮਾਨੂਪੁਰੀ ਜੀ ਦਾ 70ਵਿਆਂ ਦੇ ਵਿੱਚ ਛਪਿਆ ਹੋਇਆ ਨਾਵਲ ਲੋਹੇ ਦੀ ਔਰਤ ਅਸੀਂ ਉਹਨਾਂ ਨੂੰ ਦਿਖਾਇਆ, ਮੋਹਨ ਸਿੰਘ ਰਾਹੀ ਹੋਰਾਂ ਨੂੰ। ਉਹ ਦੇਖ ਕੇ ਕਹਿੰਦੇ ਵੀ ਜੇ ਇਹ ਨਾਵਲ ਉਸ ਸਮੇਂ ਮੈਂ ਛਾਪਿਆ ਹੁੰਦਾ, ਤੁਸੀਂ ਅੱਜ ਸਥਾਪਿਤ ਨਾਵਲਕਾਰ ਹੁੰਦੇ। ਮਤਲਬ ਉਹ ਇੰਨਾ ਪ੍ਰੋਗਰੈਸਿਵ, ਪ੍ਰਗਤੀਵਾਦੀ ਨਾਵਲ ਸੀ। ਇੱਕ ਔਰਤ ਆਪਣਾ ਖੇਤ ਬਚਾਉਣ ਦੇ ਲਈ ਉਹ ਜੂਝਦੀ ਹੈ ਤੇ ਲੋਹੇ ਦੀ ਔਰਤ ਸਾਬਤ ਹੁੰਦੀ ਹੈ। ਛੋਟਾ ਜਿਹਾ ਨਾਵਲ ਹੈ, 150 ਸਫ਼ੇ ਦਾ, ਪਰ ਉਹਦੇ ਵਿੱਚ ਜਿਹੜੀ ਉਹਦੀ ਸਪਿਰਿਟ ਦਿਖਾਈ ਗਈ, ਉਸ ਦੀ ਜਿਹੜੀ ਔਰਤ ਦੀ ਭਾਵਨਾ ਦਿਖਾਈ ਗਈ, ਉਹਦਾ ਸੰਘਰਸ਼ ਦਿਖਾਇਆ ਗਿਆ, ਉਹ ਉਸ ਜ਼ਮਾਨੇ ਦੇ ਅਨੁਸਾਰ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਦਿਖਾਇਆ ਗਿਆ ਸੀ। ਤੇ ਉਹ ਹੁਣ ਕਾਰਨ ਕੀ ਹੈ ਵੀ ਉਹ ਨਾਵਲਕਾਰ ਅੱਗੇ ਨਾਵਲ ਨਿਗਾਰੀ ਦੇ ਵਿੱਚ ਕਿਉਂ ਨਹੀਂ ਅੱਗੇ ਵਧੇ? ਪਹਿਲੀ ਗੱਲ ਤਾਂ ਮੈਂ ਤੁਹਾਨੂੰ ਕਹੂੰਗਾ, ਕਿਉਂਕਿ ਮੈਂ ਤਾਂ ਉਹਦਾ ਵਿਦਿਆਰਥੀ ਹਾਂ, ਮੇਰਾ ਤਾਂ ਉਹਨਾਂ ਨਾਲ ਉਮਰ ਦੇ ਵਿੱਚ 17-18 ਸਾਲ ਦਾ ਫਰਕ ਸੀ, ਮੈਂ ਛੋਟਾ ਸੀ। ਤੇ ਉਹਨਾਂ ਦੇ ਮੈਂ ਜੋ ਸੋਚਦਾ, ਬੇਸ਼ੱਕ ਉਹ ਸਮਰਾਲਾ ਸਾਹਿਤ ਸਭਾ ਦੇ ਮੋਢੀਆਂ ਵਿੱਚੋਂ ਸੀ, ਹੋਰ ਸਾਹਿਤ ਸਭਾਵਾਂ ਵਿੱਚ ਵੀ ਬੜੇ ਸਰਗਰਮ ਸੀ, ਉਹਨਾਂ ਦੇ ਮਿੱਤਰ ਵੀ ਸੀ ਜਿਹੜੇ ਲੇਖਕ ਉਦੋਂ ਛਪਦੇ ਸੀ, ਉਹਨਾਂ ਦੇ ਨਾਵਲ ਨੂੰ ਖਰੜਾ ਰੂਪ ਵਿੱਚ ਕਈਆਂ ਨੇ ਪੜ੍ਹਿਆ, ਪਰ ਕਿਸੇ ਸੱਜਣ ਨੇ ਉਹਨਾਂ ਨੂੰ ਕਿਸੇ ਚੰਗੇ ਪਬਲਿਸ਼ਰ ਦਾ
ਸੁਝਾਅ ਨਹੀਂ ਦਿੱਤਾ, ਜਾਂ ਜਿਵੇਂ ਜਿਵੇਂ ਕਿ ਬਾਅਦ ਦੇ ਵਿੱਚ ਮੈਂ ਦਿੱਤਾ। ਮੈਂ ਉਹਨਾਂ ਨੂੰ ਜਿਵੇਂ ਉਹਦਾ ਬਾਲ ਸਾਹਿਤ ਛਾਪਣ ਦੇ ਲਈ ਹੀ ਰਵੀ ਸਾਹਿਤ ਪ੍ਰਕਾਸ਼ਨ ਦੇ ਕੋਲ ਅਸੀਂ ਚਲੇ ਗਏ। ਮੈਂ ਕਿਹਾ ਨਹੀਂ, ਤੁਹਾਡੀ ਪੁਸਤਕ ਉਹਨਾਂ ਕੋਲੋਂ ਬਾਲ ਸਾਹਿਤ ਦੀ ਛਪਾਉਂਦੇ ਆ। ਤੇ ਉਹਨਾਂ ਕੋਲੋਂ ਬਾਲ ਸਾਹਿਤ ਦੀ ਉਹਦੀ ਜਿਹੜੀ ਪੁਸਤਕ ਸੀ ਉਹ ਛਪੀ ਸੀ, ਮੇਰੇ ਖਿਆਲ ਦੇ ਵਿੱਚ ਉਹ ਹੈਗੀ ਸੀ ਬੋਲ ਪਿਆਰੇ ਬਾਲਾਂ ਦੇ ਜਾਂ ਬਾਲ ਅਡਾਰੀਆਂ, ਮੇਰੇ ਹੁਣ ਯਾਦ ਨਹੀਂ ਆ ਰਿਹਾ। ਮੇਰੇ ਖਿਆਲ ਬਾਲ ਬਗੀਚਾ ਸੀ ਸ਼ਾਇਦ 1997 ਦੇ। ਨਹੀਂ, ਬਾਲ ਬਗੀਚਾ ਤਾਂ ਹੋਰ ਪਾਸੇ ਛਪੀ ਸੀ, ਤੇ ਇਹ ਦੂਜੀ ਜਾਂ ਤੀਜੀ ਕਿਤਾਬ ਸੀ ਜਿਹੜੀ ਮੋਹਨ ਸਿੰਘ ਰਾਹੀ ਨੇ ਛਾਪੀ ਸੀ ਸ਼ਾਇਦ। ਤੇ ਉਹਨੂੰ ਫਿਰ ਭਾਸ਼ਾ ਵਿਭਾਗ ਦਾ ਉਸ ਸਾਲ ਦੀ ਜਿਹੜੀ ਸਰਵੋਤਮ ਪੁਸਤਕ ਦਾ ਸ੍ਰੀ ਗੁਰੂ ਹਰਿਕ੍ਰਿਸ਼ਨ ਪੁਰਸਕਾਰ ਮਿਲ ਗਿਆ ਸੀ। ਮਤਲਬ ਜੇ ਉਹਨਾਂ ਨੂੰ ਸਹੀ ਸੁਹਿਰਦ ਮਿੱਤਰ ਮਿਲ ਜਾਂਦੇ ਜਿਹੜੇ ਉਹਨੂੰ ਸਹੀ ਰਾਏ ਦੇ ਦਿੰਦੇ ਤੇ ਉਹਨਾਂ ਨੂੰ ਨਾਵਲ ਵਾਲੇ ਪਾਸੇ ਤੋੜ ਦਿੰਦੇ ਤੇ ਸਹੀ ਪਬਲਿਸ਼ਰ ਨੂੰ ਮਿਲਾ ਦਿੰਦੇ, ਤੇ ਜਿੰਨੀ ਉਹਨਾਂ ਦੀ ਮਹਿਮਾ ਬਾਲ ਸਾਹਿਤ ਦੇ ਵਿੱਚ ਹੋਈ ਸੀ, ਬਾਅਦ ਦੇ ਵਿੱਚ ਜਾ ਕੇ ਉਹਨਾਂ ਨੇ 95-96 ਤੋਂ ਬਾਅਦ ਬਾਲ ਸਾਹਿਤ ਲਿਖਣਾ ਸ਼ੁਰੂ ਕੀਤਾ, ਤੇ 2019 ਤੱਕ ਉਹਨਾਂ ਦੀਆਂ 11 ਪੁਸਤਕਾਂ ਛਪ ਗਈਆਂ, ਜਿਹਦੇ ਵਿੱਚ ਮੈਂ ਸਮਝਦਾ ਹੁੰਦਾ ਹੈ ਕਿ ਮੇਰਾ ਵੀ ਜਿਹੜਾ ਹੈਗਾ ਇੱਕ ਤਰ੍ਹਾਂ ਦੀ ਉਹਨਾਂ ਦੇ ਨਾਲ ਹੱਲਾਸ਼ੇਰੀ ਜਾਂ ਉਹਨਾਂ ਦੇ ਨਾਲ ਮੇਰਾ ਸਾਥ ਜਾਂ ਯੋਗਦਾਨ ਜਿਸ ਤਰ੍ਹਾਂ ਦਾ ਵੀ ਹੈਗਾ ਸੀ, ਉਹਨਾਂ ਨੂੰ ਬਸ ਉਹਨਾਂ ਨੂੰ ਲੋੜ ਸੀ, ਹਰੇਕ ਨੂੰ ਲੋੜ ਹੁੰਦੀ ਹੈ ਹੰਗਾਰੇ ਦੀ, ਹਾਂ ਪੱਖੀ ਹੰਗਾਰੇ ਦੀ। ਹਾਂ ਪੱਖੀ ਹੰਗਾਰਾ ਦੇਣ ਵਾਲੇ ਉਹਨਾਂ ਨੂੰ ਪਹਿਲੀਆਂ ਵਿੱਚ ਲੋਕ ਨਹੀਂ ਮਿਲੇ। ਬੇਸ਼ੱਕ ਉਹ ਸਹਿਜ ਸੁਭਾਵਾਂ 'ਚ ਸਰਗਰਮ ਰਹੇ, ਬੇਸ਼ੱਕ ਉਹਨਾਂ ਦਾ ਲੇਖਕਾਂ ਨਾਲ ਇਲਾਕੇ ਦੇ ਲੇਖਕਾਂ ਨਾਲ ਬਾਹ ਵੀ ਰਿਹਾ, ਪਰ ਕਿਸੇ ਨੇ ਉਹਨਾਂ ਨੂੰ ਫੜ ਕੇ ਇਹ ਨਹੀਂ ਕਿਹਾ ਕਿ ਤੁਹਾਨੂੰ ਲਓ ਜੀ ਇਸ ਚੰਗੇ ਪਬਲਿਸ਼ਰ ਕੋਲ ਲੈ ਚੱਲਦੇ ਆ। ਮੈਨੂੰ ਲੱਗਦਾ ਵੀ ਇਹੀ ਕਾਰਨ ਬਣਿਆ ਕਿ ਉਹ ਲੋਹੇ ਦੀ ਔਰਤ ਤੋਂ ਬਾਅਦ ਨਾਵਲ ਦੇ ਖੇਤਰ ਵਿੱਚ ਅੱਗੇ ਸਰਗਰਮ ਹੋਣਾ ਛੱਡ ਕੇ ਉਹ ਆਪਣਾ ਬਸ ਪੜ੍ਹਾਉਣ ਦੇ ਖੇਤਰ ਵਿੱਚ ਹੀ ਜਾਂ ਪੜ੍ਹਨ ਦੇ ਖੇਤਰ ਵਿੱਚ ਹੀ ਲੱਗੇ ਰਹੇ। ਇਹ ਉਹਨਾਂ ਦਾ ਕਾਰਨ ਸੀ। ਪਰ 1995 ਤੋਂ ਬਾਅਦ ਜਦੋਂ ਅਸੀਂ ਬਹੁਤ ਸਰਗਰਮ ਹੋ ਕੇ ਉਹਨਾਂ ਨੂੰ ਮੈਂ ਕਿਹਾ ਵੀ ਹੁਣ ਤੁਸੀਂ ਬਾਲ ਸਾਹਿਤ ਦੇ ਵਿੱਚ ਲੱਗ ਜਾਓ, ਤੇ ਉਹਨਾਂ ਨੇ ਉਹਨੇ ਥੋੜੇ ਸਮੇਂ ਦੇ ਵਿੱਚ ਦੇਖੋ ਕਿੰਨਾ, ਔਰ ਲਗਭਗ ਉਹਨਾਂ ਨੂੰ ਇੰਨੇ ਇਨਾਮ ਮਿਲੇ ਨੇ, ਮੈਨੂੰ ਨਹੀਂ ਲੱਗਦਾ ਵੀ ਕਿਸੇ ਹੋਰ ਪੰਜਾਬੀ ਦੇ ਬਾਲ ਸਾਹਿਤ ਲੇਖਕ ਨੂੰ ਮਿਲੇ ਹੋਣਗੇ। ਉਹਨਾਂ ਨੂੰ ਬੋਲ ਪਿਆਰੇ ਬਾਲਾਂ ਦੇ ਭਾਸ਼ਾ ਵਿਭਾਗ ਪਟਿਆਲਾ ਵੱਲੋਂ ਦੂਜਾ ਇਨਾਮ ਮਿਲਿਆ 1996 ਚ, ਬਾਲ ਬਗੀਚਾ 1997 ਭਾਸ਼ਾ ਵਿਭਾਗ ਪੰਜਾਬ ਵੱਲੋਂ ਮੇਰੀ ਗ੍ਰਾਂਟ ਨਾਲ ਛਪਿਆ। ਫਿਰ ਬਾਲ ਉਡਾਰੀਆਂ ਮੈਨੂੰ ਲੱਗਦਾ ਵੀ ਇਹੀ ਪੁਸਤਕ ਹੈ ਜਿਹੜੀ ਉਹਨਾਂ ਨੇ ਛਾਪੀ ਸੀ ਰਵੀ ਸਾਹਿਤ ਪ੍ਰਕਾਸ਼ਨ ਨੇ। ਇਸ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਪੁਰਸਕਾਰ 2005 ਦਾ ਮਿਲਿਆ। ਮਾਮੇ ਦੀ ਚਿੜੀ ਲੋਕ ਗੀਤ ਪ੍ਰਕਾਸ਼ਨ ਨੇ ਛਾਪੀ ਸੀ, ਤੇ ਇਸ ਨੂੰ ਵੀ ਫਿਰ ਸ੍ਰੀ ਗੁਰੂ ਹਰਿਕ੍ਰਿਸ਼ਨ ਪੁਰਸਕਾਰ 2007 ਦਾ ਮਿਲਿਆ। ਇਸੇ ਤਰ੍ਹਾਂ ਸੱਚ ਖੜਾ ਨੀਹਾਂ ਵਿੱਚ ਉੱਚਾ, ਇਸ ਨੂੰ ਖਰੜਾ ਰੂਪ ਦੇ ਵਿੱਚ ਡਾਕਟਰ ਹਰਚੰਦ ਸਿੰਘ ਸਰਹੰਦੀ ਹੋਰੀ ਬੜੇ ਸਰਗਰਮ ਹੁੰਦੇ ਸੀ। ਫਤਿਹਗੜ੍ਹ ਸਾਹਿਬ ਜ਼ਿਲ੍ਹਾ ਲਿਖਾਰੀ ਸਭਾ ਫਤਿਹਗੜ੍ਹ ਸਾਹਿਬ ਦੇ ਵਿੱਚ ਉਹਨਾਂ ਦੀ ਉੱਥੇ ਉਹਨਾਂ ਨੇ ਉਸ ਸਹਿਤ ਸਭਾ ਦੇ ਵੱਲੋਂ ਡਾਕਟਰ ਹਰਚੰਦ ਸਿੰਘ ਸਰਹੰਦੀ ਹੋਰਾਂ ਨੇ ਇਹਨਾਂ ਨੂੰ ਉੱਥੇ ਇਨਾਮ ਸ਼ੁਰੂ ਕੀਤਾ ਸੀ, ਜੋਗੀ ਅੱਲਾ ਯਾਰ ਖਾਂ ਅਵਾਰਡ। ਉਹ ਉਸ ਸੱਚ ਖੜਾ ਨੀਹਾਂ ਵਿੱਚ ਉੱਚਾ ਪੁਸਤਕ ਨੂੰ ਮਿਲਿਆ ਸੀ। ਤੇ ਬਾਅਦ ਦੇ ਵਿੱਚ ਉਹ ਪੁਸਤਕ ਇੱਕ ਭਾਸ਼ਾ ਵਿਭਾਗ ਦੇ ਸਾਡੇ ਹੁੰਦੇ ਸੀ, ਉਹ ਉਸ ਦੇ ਡਾਇਰੈਕਟਰ ਮੇਰੇ ਉਹਦਾ ਨਾਂ ਨਹੀਂ ਯਾਦ ਆ, ਉਹਨਾਂ ਨੇ ਬਾਅਦ ਦੇ ਵਿੱਚ ਇੱਕ ਵੱਡੀ ਪੁਸਤਕ ਦੇ ਵਿੱਚ ਇਹ ਪੂਰੀ ਲੰਬੀ ਕਵਿਤਾ ਨੂੰ ਸ਼ਾਮਲ ਕੀਤਾ ਹੈ ਜੀ। ਤੇ ਇਸੇ ਤਰ੍ਹਾਂ ਉਹਨਾਂ ਨੂੰ ਹੋਰ ਪੰਜਾਬੀ ਸੱਥ ਬਰਵਾਲੀ ਦਾ ਨਾਮ, ਉਹਨਾਂ ਨੂੰ ਇਦਾਂ ਦੇ ਸਨਮਾਨ ਜਿਹੜੇ ਨੇ ਹੋਰ ਵੀ ਕਿੰਨੇ, ਮਤਲਬ ਉਹਨਾਂ ਦਾ ਇਸ ਪੱਖੋਂ ਫਿਰ ਸ਼੍ਰੋਮਣੀ ਸਾਹਿਤਕਾਰ, ਸ਼੍ਰੋਮਣੀ ਬਾਲ ਸਾਹਿਤਕਾਰ ਪੰਜਾਬ ਸਰਕਾਰ ਦਾ ਇਨਾਮ ਉਹਨੂੰ 2010 ਦੇ ਵਿੱਚ ਮਿਲਿਆ। ਉਹ ਮੈਨੂੰ ਇਹੀ ਲੱਗਦਾ ਹੁੰਦਾ ਹੈ ਕਿ ਜੇ ਕਿਤੇ ਉਹਨਾਂ ਨੂੰ ਪਹਿਲਾਂ ਸੁਹਿਰਦ ਸੱਜਣ ਮਿਲ ਜਾਂਦੇ ਤਾਂ ਉਹ ਗਲਪ ਦੇ ਖੇਤਰ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਨਾਂ ਹੋਣਾ ਸੀ। ਵਿਲਿੰਗ ਸਾਹਿਬ, ਹੁਣ ਜਿਹੜਾ ਹੈਗਾ ਇੱਕ ਜਿਹੜਾ ਤੁਸੀਂ ਬਿਲਕੁਲ ਮੇਰਾ ਅਗਲੇ ਸਵਾਲ ਦਾ ਜਵਾਬ ਦੇ ਦਿੱਤਾ ਵੀ ਅਹਿਸਾਸੇ ਕਮਤਰੀ ਦੀ ਜਿਹੜੀ ਭਾਵਨਾ ਸੀ ਉਹਨਾਂ ਦੇ ਵਿੱਚ ਉਹ ਸੀਗੀ, ਉਹਦਾ ਕਾਰਨ ਵੀ ਇਹੀ ਸੀਗਾ ਕਿ ਇਸ ਤਰ੍ਹਾਂ ਦੇ ਜਿਹੜੇ ਬੰਦੇ ਉਹਨਾਂ ਨੂੰ ਮਿਲੇ। ਹੁਣ ਆਪਾਂ ਉਹਨਾਂ ਦੇ ਸਾਹਿਤ ਦੀ ਗੱਲ ਕਰਦੇ ਹਾਂ, ਬਾਲ ਸਾਹਿਤ ਦੀ ਗੱਲ ਕਰਦੇ ਹਾਂ। ਜੇ ਉਹਨਾਂ ਨੇ ਬਾਲ ਸਾਹਿਤ ਨੂੰ ਦੇਖਣਾ ਹੋਵੇ
ਤਾਂ ਕਿਵੇਂ ਕਹੋਗੇ? ਖਾਸ ਕਰਕੇ ਜਿਵੇਂ ਮੇਰਾ ਇੱਕ ਆਪਣਾ ਅਨੁਭਵ ਹੈ ਕਿ ਉਹ ਜਿੰਨੀ ਪੰਜਾਬੀ ਦੇ ਵਿੱਚ ਬਾਲ ਕਵਿਤਾ ਲਿਖੀ ਗਈ ਆ, ਉਹ ਬਾਲ ਕਵਿਤਾ ਬੱਚਿਆਂ ਦੇ ਨੇਚਰਿਕ ਲੱਗਦੀ ਹੈ ਕਿ ਗੁਣਗੁਣਾ ਕੇ ਪੇਸ਼ ਕਰਨ ਵਾਲੀ ਵੀ ਕਵਿਤਾ ਹੈ। ਇਹਦੇ ਵਿੱਚ ਗੁਣ ਹੈਗਾ ਉਹਨਾਂ ਦੀ ਕਵਿਤਾ ਦੇ ਵਿੱਚ, ਜਿਹੜਾ ਕਿ ਮੈਨੂੰ ਹੋਰ ਕਿਸੇ ਬਾਲ ਸਾਹਿਤਕਾਰ ਵਿੱਚ ਸ਼ਾਇਦ ਉਸ ਤਰ੍ਹਾਂ ਨਹੀਂ ਦਿਖਾਈ ਦਿੱਤਾ। ਤੁਸੀਂ ਜਿਹੜਾ ਤੁਹਾਡਾ ਆਪਣਾ ਨੁਕਤਾ ਤੁਸੀਂ ਪਹਿਲਾਂ ਆਪਾਂ ਜਿਹੜਾ ਨੁਕਤਾ ਤੁਸੀਂ ਪਹਿਲਾਂ ਉਠਾਇਆ, ਮੈਂ ਤੁਹਾਨੂੰ ਉਹਨੂੰ ਸਪਸ਼ਟ ਕਰ ਦੇਵਾਂ। ਜੀ ਜੀ ਉਹਨਾਂ 'ਚ ਅਹਿਸਾਸ ਕਮਤਰੀ ਜਾਂ ਇਨਫੀਰੀਅਰਿਟੀ ਕੰਪਲੈਕਸ ਇਦਾਂ ਦਾ ਨਹੀਂ ਸੀ। ਹਰ ਲੇਖਕ ਨੂੰ ਜਾਂ ਹਰ ਖੇਤਰ ਵਿੱਚ ਕੋਈ ਕਾਰਜ ਕਰਨ ਵਾਲੇ ਵਿਅਕਤੀ ਨੂੰ, ਚਾਹੇ ਤੁਸੀਂ ਪੱਤਰਕਾਰ ਹੋ, ਇੱਕ ਉਸ ਨੂੰ ਜਿਹੜਾ ਹਾਂ ਪੱਖੀ ਹੁੰਗਾਰਾ ਦੇਣ ਵਾਲੇ ਕੁਝ ਲੋਕ ਚਾਹੀਦੇ ਹੁੰਦੇ ਨੇ। ਮੈਂ ਉਹ ਉੱਥੇ ਮੈਨੂੰ ਇਹ ਲੱਗਦਾ ਸੀ ਕਿ ਉਹਨਾਂ ਨੂੰ ਪਹਿਲੀਆਂ ਦੇ ਵਿੱਚ ਇਦਾਂ ਦਾ ਮਾਹੌਲ ਲੋਕਾਂ ਵੱਲੋਂ ਨਹੀਂ ਮਿਲਿਆ, ਉਹਨਾਂ ਦੇ ਆਪਣੇ ਸਾਥੀਆਂ ਵੱਲੋਂ ਨਹੀਂ ਮਿਲਿਆ। ਦੂਜੀ ਗੱਲ, ਮੈਂ ਉਹਨਾਂ ਦਾ ਇਹ ਦੇਖਦਾ ਸੀ ਕਿ ਜਿਹੜਾ ਮੇਰਾ ਵਿਚਾਰ ਹੈ ਕਿ ਲੇਖਕ ਦਾ ਆਪਣੇ ਵੱਲੋਂ ਆਪਣੇ ਖਿਆਲਾਂ ਦੇ ਉੱਤੇ ਉਸ ਨੂੰ ਅਡਿੱਗ ਵੀ ਹੋਣਾ ਚਾਹੀਦਾ, ਅਡੋਲ ਹੋਣਾ ਚਾਹੀਦਾ। ਉਹ ਲੋਕਾਂ ਦੀਆਂ ਗੱਲਾਂ ਸੁਣੇ, ਜਿਵੇਂ ਉਹ ਅੰਗਰੇਜ਼ੀ ਦੀ ਕਹਾਵਤ ਹੈ, ਦੇ ਸੇ ਵਟ ਦੇ ਸੇ ਲੈਟ them ਸੇ। ਜੋ ਕੁਛ ਉਹ ਕਹਿੰਦੇ ਨੇ ਕਹਿਣ ਦਿਓ, ਤੁਸੀਂ ਉਹਦੀ ਪਰਵਾਹ ਨਾ ਕਰੋ। ਮਤਲਬ ਕਹਿਣ ਦਾ ਇਹ ਹੁੰਦਾ ਕਿ ਲੇਖਕ ਦੇ ਨੂੰ ਜਾਂ ਕਿਸੇ ਵੀ ਖੇਤਰ ਵਾਲੇ ਵਿਅਕਤੀ ਨੂੰ ਕਹਿਣ ਵਾਲੇ ਲੋਕ ਬੜਾ ਕੁਝ ਕਹਿੰਦੇ ਹੁੰਦੇ ਨੇ। ਕਈ ਲੋਕ ਉਸ ਦੀਆਂ ਲੱਤਾਂ ਖਿੱਚਣ ਵਾਸਤੇ ਜਾਂ ਪੂਰੀ ਸਾਜ਼ਿਸ਼ ਦੇ ਅਧੀਨ ਵੀ ਇਦਾਂ ਕਹਿੰਦੇ ਨੇ ਕਿ ਇਸ ਨੂੰ ਮੰਜ਼ਿਲ ਵੱਲ ਤੁਰੇ ਜਾਂਦੇ ਨੂੰ ਭਟਕਾ ਦਈਏ। ਮਾਨੂਪੁਰੀ ਜੀ ਇੱਕ ਤਾਂ ਆਪਣੇ ਸਾਹਿਤ ਦੀ ਗੱਲ ਉਹਨਾਂ ਲੋਕਾਂ ਨਾਲ ਕਰ ਲੈਂਦੇ ਸੀ ਜਿਹੜੇ ਸੁਹਿਰਦ ਸੀ ਹੁੰਦੇ, ਜਾਂ ਜਿਨ੍ਹਾਂ ਨੂੰ ਉਹਦਾ ਗਿਆਨ ਹੀ ਨਹੀਂ ਸੀ ਹੁੰਦਾ। ਇਸ ਲਈ ਫਿਰ ਉਹ ਜਦੋਂ ਦੂਜੇ ਪਾਸੇ ਹੁੰਗਾਰਾ ਨਾ ਆਉਣਾ ਜਾਂ ਦੂਜੇ ਪਾਸੇ ਵਾਲੇ ਨੇ ਹੁੰਗਾਰਾ ਗਲਤ ਦੇ ਦੇਣਾ, ਤੇ ਉਹਨੂੰ ਫਿਰ ਆਪਣਾ ਮਨ ਨੂੰ ਲਾ ਲੈਂਦੇ ਸੀ। ਚਾਹੀਦਾ ਇਹ ਹੁੰਦਾ ਸੀ, ਮੈਂ ਉਹਨਾਂ ਨੂੰ ਕਹਿ ਵੀ ਦਿੰਦਾ ਸੀ ਕਿ ਤੁਸੀਂ ਇਹਨਾਂ ਲੋਕਾਂ ਨੂੰ ਦੇਖੋ, ਆਪਣੇ ਕੋਲ ਬਾਣੀ ਦੇ ਵਿੱਚ ਆਉਂਦਾ ਹੈ ਕਿ ਬਿਨ ਗਾਹਕ ਗੁਣ ਵੇਚੀਐ, ਸੋ ਗੁਣ ਸਹਿਗੋ ਜਾਏ, ਗੁਣ ਕਾ ਗਾਹਕ ਜੇ ਮਿਲੇ ਤਾਂ ਗੁਣ ਲੱਖ ਵਿਕਾਏ। ਜੇ ਅਸੀਂ ਮਤਲਬ ਉਹ ਜਿਵੇਂ ਕਹਿੰਦੇ ਨੇ ਮੱਝ ਦੇ ਅੱਗੇ ਬੀਨ ਵਜਾਈ ਜਾਵਾਂਗੇ, ਉਹਦਾ ਫਰਕ, ਉਹਦਾ ਅਸਰ ਕੀ ਪਊਗਾ? ਜਾਂ ਜਿਹੜਾ ਬੰਦਾ, ਸਾਨੂੰ ਇਹ ਪਛਾਣਨਾ ਹੁੰਦਾ ਹੈ ਕਿ ਕੀ ਇਹ ਮੇਰਾ ਸੁਹਿਰਦ ਸੱਜਣ ਹੈਗਾ। ਸਾਡੇ ਵਾਕਫ ਬੜੇ ਹੁੰਦੇ ਨੇ, ਸਾਡੇ ਖੇਤਰ ਦੇ ਬੰਦੇ ਵੀ ਬੜੇ ਹੁੰਦੇ ਨੇ, ਸਾਡੀ ਉਹ ਮੂੰਹ ਤੇ ਪ੍ਰਸ਼ੰਸਾ ਵੀ ਕਰਦੇ ਨੇ, ਪਰ ਉਹ ਅੰਦਰੋਂ ਸਾਡੇ ਹੋਰ ਤਰ੍ਹਾਂ ਦਾ ਉਹਨਾਂ ਦੇ ਅੰਦਰ ਈਰਖਾ ਹੁੰਦੀ ਹੈ। ਤੇ ਉਹ ਪਛਾਣਨਾ ਹੁੰਦਾ। ਤੁਸੀਂ ਆਪਣੀ ਗੱਲ ਉਹਨਾਂ ਲੋਕਾਂ ਨੂੰ ਰਾਏ ਉਹਨਾਂ ਤੋਂ ਲੈਣੀ ਹੁੰਦੀ ਹੈ ਜਿਹਦੇ ਸੁਹਿਰਦ ਹੋਣ। ਇਸ ਪੱਖੋਂ ਮੈਂ ਪਛਾਣ ਲੈਂਦਾ ਸੀ ਕਿ ਮੇਰੇ ਸੁਹਿਰਦ, ਮੇਰੇ ਅਧਿਆਪਕ ਮੇਰੇ ਸੁਹਿਰਦ ਨੇ। ਮੈਂ ਪਹਿਲਾਂ ਸ਼ੁਰੂ ਵਿੱਚ ਨਾਂ ਲੈ ਦਿੱਤਾ ਸੀ। ਸਾਡੇ ਅੰਦਰ ਮਾੜੇ ਚੰਗੇ ਨੂੰ ਪਰਖਣ ਦੀ ਬੁੱਧੀ ਤਾਂ ਆਏ ਜਾਂਦੀ ਹੈ, ਤੇ ਇਸ ਲਈ ਉਹ ਪਰਖਣ ਦੀ ਲੋੜ ਹੁੰਦੀ ਹੈ। ਮਾਨੂਪੁਰੀ ਜੀ ਵਿੱਚ ਕਮਜ਼ੋਰੀ ਇਹ ਸੀ ਕਿ ਉਹ ਹਰ ਬੰਦੇ ਨੂੰ ਆਪਣਾ ਮੰਨ ਲੈਂਦੇ ਸੀ, ਪਰ ਉਹਨਾਂ ਦੀ ਫੇਰ ਵੀ ਜਿਹੜੀ ਪ੍ਰਾਪਤੀ ਹੈ, ਇੱਕ 40 ਸਾਲ ਪੜ੍ਹਾਉਣ ਦੇ ਅਧਿਆਪਕ ਦੇ ਤੌਰ ਤੇ ਔਰ ਇੱਕ ਲੇਖਕ ਦੇ ਤੌਰ ਤੇ, ਲੋਕਾਂ ਨੂੰ ਆਪਣੇ ਕਿਤਾਬਾਂ ਦੇ ਰਸੀਏ ਬਣਾਉਣ ਦੇ ਤੌਰ ਤੇ, ਆਲੇ ਦੁਆਲੇ ਆਪਣੇ ਪਿੰਡ ਦਾ ਨਾਂ ਰੋਸ਼ਨ ਕਰਨ ਦੇ ਵਿੱਚ ਮਾਨੂਪੁਰ ਦਾ, ਤੇ ਉਸ ਸਕੂਲ ਨੂੰ ਬਣਾਉਣ ਦੇ ਵਿੱਚ ਤੇ ਉਸ ਦਾ ਵਿਕਾਸ ਕਰਨ ਦੇ ਵਿੱਚ ਉਹਨਾਂ ਦਾ ਐਡਾ ਬੜਾ ਯੋਗਦਾਨ ਹੈ ਬਈ ਉਸ ਨੂੰ ਮੇਰੇ ਖਿਆਲ 'ਚ ਵੀ ਸੁਹਿਰਦ ਲੋਕ ਨਹੀਂ ਭੁੱਲਣਗੇ ਜਿੰਨੀ ਦੇਰ ਉਹ ਲੋਕ ਜਿਉਂਦੇ ਨੇ। ਆਪਾਂ ਉਹਨਾਂ ਦੇ ਸਾਹਿਤਕ ਸਫ਼ਰ ਬਾਰੇ ਵੀ ਗੱਲ ਕਰ ਲਈਏ, ਜਿਹੜੀਆਂ ਉਹਨਾਂ ਦੀ ਰਚਨਾਵਾਂ, ਉਹਨਾਂ ਦੀ ਤੁਹਾਨੂੰ ਕੀ ਖਾਸੀਅਤ ਲੱਗਦੀ ਹੈ ਜੇ ਆਪਾਂ ਬਾਲ ਸਾਹਿਤ ਦੀ ਗੱਲ ਕਰੀਏ? ਹਾਂਜੀ, ਬਾਲ ਸਾਹਿਤ ਉਹਨਾਂ ਦਾ ਦੇਖੋ ਇਹ ਹੈ ਕਿ ਜਦੋਂ ਸਾਹਿਤ ਦੇ ਵਿੱਚ ਕੁਝ ਇਸ ਤਰ੍ਹਾਂ ਹੁੰਦਾ ਹੈ ਕਿ ਚੰਗਾ ਸਾਹਿਤ, ਚਾਹੇ ਉਹ ਬਾਲ ਸਾਹਿਤ ਹੈ, ਚਾਹੇ ਉਹ ਕੋਈ ਵੀ ਸਾਹਿਤ ਦੀ ਬੰਦਗੀ ਹੈਗੀ ਹੈ, ਜੇ ਪਾਠਕ ਉਸ ਨੂੰ ਪੜ੍ਹ ਕੇ ਇਹ ਮਹਿਸੂਸ ਕਰਦਾ ਹੈ ਕਿ ਇਹ ਤਾਂ ਮੇਰੇ ਨਾਲ ਸੰਬੰਧ ਹੈ ਇਹਦਾ। ਜਦੋਂ ਅਸੀਂ ਮਹਿੰਦਰ ਸਿੰਘ ਮਾਨੂਪੁਰੀ ਦੀਆਂ ਬਾਲ ਕਵਿਤਾਵਾਂ ਵੀ ਪੜ੍ਹਦੇ ਹਾਂ, ਸਾਨੂੰ ਉਹਦੇ ਵਿੱਚੋਂ ਸਾਡਾ ਜਿਹੜਾ ਜੀਵਨ ਹੈ, ਸਾਡਾ ਆਲਾ ਦੁਆਲਾ, ਸਾਡੀ ਕੁਦਰਤ, ਸਾਡਾ ਜਿਹੜਾ ਸੱਭਿਆਚਾਰ, ਸਾਡੇ ਰਸਮ ਰਿਵਾਜ, ਮਤਲਬ ਸਾਡਾ ਉਹ ਸਾਰਾ ਕੁਝ ਸਾਨੂੰ ਆਪਣਾ ਆਪਣਾ ਨਜ਼ਰ ਆਉਂਦਾ ਹੈ, ਤੇ ਸਾਨੂੰ ਅਸੀਂ ਉਹਦੇ ਨਾਲ ਨੇੜਤਾ ਸਾਡੀ ਪੈਦਾ ਹੋ ਜਾਂਦੀ ਹੈ।
ਐ ਇਸ ਤਰ੍ਹਾਂ ਨਹੀਂ ਉਪਰੀ ਗੱਲ ਨਹੀਂ ਲੱਗਦੀ ਵੀ ਇਹ ਤਾਂ ਬਣਾਵਟ ਬਣਾਈ ਹੋਈ ਹੈ, ਇਹ ਨਹੀਂ ਲੱਗਦਾ। ਜੇ ਤੁਸੀਂ ਕਹੋ ਮੈਂ ਤੁਹਾਨੂੰ ਉਹਦੀਆਂ ਇੱਕ ਦੋ ਕਵਿਤਾਵਾਂ, ਉਹਦੀ ਜਿਹੜੀ ਪੁਸਤਕ, ਵਿਲੱਖਣ ਪੁਸਤਕ ਛਪੀ ਸੀ 2019 ਦੇ ਵਿੱਚ, ਐਵਿਸ ਪਬਲੀਕੇਸ਼ਨ ਦਿੱਲੀ ਤੇ ਜ਼ੀਰਕਪੁਰ ਨੇ ਛਾਪੀ ਸੀ, ਤੇ ਉਹਦੇ ਵਿੱਚੋਂ ਮੈਂ ਤੁਹਾਨੂੰ ਫਰਜ਼ ਕਰੋ ਦੇਖੋ ਉਹਨਾਂ ਦੇ ਬੜੇ ਉਸਾਰੂ ਵਿਸ਼ੇ ਉਹਨਾਂ ਨੇ ਲਏ ਹੋਏ ਨੇ। ਮੈਂ ਕਵਿਤਾ ਪੜ੍ਹ ਦਿੰਦਾ, ਬਾਲੜੀਆਂ ਦਾ ਸੁਨੇਹਾ। ਦੇਖੋ ਬੱਚੀਆਂ ਨੇ ਸਾਡੇ ਸਮਾਜ ਦੇ ਵਿੱਚ, ਤਾਂ ਸਾਡੇ ਕਿੰਨੀਓ ਭਰੂਣ ਹੱਤਿਆ ਹੁੰਦੀ ਰਹੀ ਹੈ, ਤੁਸੀਂ ਦੇਖੋ ਇਹਦੇ ਵਿੱਚ ਦੇਖੋ ਉਹਨਾਂ ਦਾ ਪਿੰਡ ਮੇਰੇ ਦੀਆਂ ਬਾਲੜੀਆਂ ਜੀ, ਪਿੰਡ ਮੇਰੇ ਦੀਆਂ ਬਾਲੜੀਆਂ, ਪਿਓ ਦਾਦੇ ਦੀਆਂ ਲਾਲੜੀਆਂ ਜੀ, ਪਿਓ ਦਾਦੇ ਦੀਆਂ ਲਾਲੜੀਆਂ, ਵਿਦਿਆ ਪੜ੍ਹ ਪੜ੍ਹ ਅੱਗੇ ਵਧੀਆਂ, ਨਾ ਚਮਕਾਉਂਦੀਆਂ ਬਾਲੜੀਆਂ, ਫੁੱਲਾਂ ਵਾਂਗੂ ਮਹਿਕਾਂ ਵੰਡਣ, ਜੱਗ ਮਹਿਕਾਉਂਦੀਆਂ ਬਾਲੜੀਆਂ, ਮਿੱਠੜੇ ਮਿੱਠੜੇ ਬੋਲ ਬੋਲ ਕੇ ਹਰ ਮਨ ਭਾਉਂਦੀਆਂ ਬਾਲੜੀਆਂ, ਦੂਰ ਹੋਵਣ ਜਾਂ ਹੋਵਣ ਨੇੜੇ ਸੁੱਖ ਮਨਾਉਂਦੀਆਂ ਬਾਲੜੀਆਂ, ਜਾਗੋ ਜਾਗੋ ਜਗਦੇ ਬੰਦਿਓ ਸੱਚ ਸੁਣਾਉਂਦੀਆਂ ਬਾਲੜੀਆਂ, ਸੁਨਮਨ ਸੁਨਣਾ ਜਾਗੇ ਹੁੰਦਾ ਜੇ ਨਾ ਆਉਂਦੀਆਂ ਬਾਲੜੀਆਂ, ਪਿੰਡ ਮੇਰੇ ਦੀਆਂ ਬਾਲੜੀਆਂ ਜੀ, ਪਿੰਡ ਮੇਰੇ ਦੀਆਂ ਬਾਲੜੀਆਂ, ਦੇਸ਼ ਮੇਰੇ ਦੀਆਂ ਬਾਲੜੀਆਂ ਜੀ, ਦੇਸ਼ ਮੇਰੇ ਦੀਆਂ ਬਾਲੜੀਆਂ। ਇਹਦੇ ਵਿੱਚ ਬੜੀ ਸਾਦੀ ਕਵਿਤਾ ਹੈਗੀ ਆ, ਪਰ ਬੜੇ ਡੂੰਘੇ ਅਰਥ ਨੇ ਲੜਕੀਆਂ ਦੇ, ਔਰਤ ਦੇ ਜੀਵਨ ਦੇ ਬਾਰੇ ਸ਼ੁਰੂ ਤੋਂ ਲੈ ਕੇ ਜਿਹੜੇ ਹੈਗੇ ਨੇ ਇਸ ਸਾਦੀ ਕਵਿਤਾ ਵਿੱਚ ਵੀ। ਹੁਣ ਤੁਸੀਂ ਦੇਖੋ ਵੀ ਕਿਸੇ ਬਾਲ ਸਾਹਿਤ ਦੇ ਲੇਖਕ ਨੇ ਇਦਾਂ ਦੀ ਕਵਿਤਾ ਲਿਖੀ। ਇੱਕ ਕਵਿਤਾ ਹੈਗੀ ਆ ਅੱਖਰਾਂ ਦੀ ਮੀਟਿੰਗ, ਤੇ ਇਸ ਪੁਸਤਕ ਦਾ ਨਾਮ ਵੀ ਅੱਖਰਾਂ ਦੀ ਮੀਟਿੰਗ ਹੈ। ਊੜਾ ਆੜਾ ਦੋਵੇਂ ਭਾਈ, ਤੀਜੀ ਈੜੀ ਭੈਣ ਰਲਾਈ, ਹੋ ਕੇ ਬੈਠੇ ਤਿੰਨੇ ਤਿਆਰ, ਲੱਗੇ ਕਰਨੋਂ ਇੰਜ ਵਿਚਾਰ, ਲਗਾ ਮਾਤਰਾ ਲਈਏ ਵੰਡ, ਖਾਈਏ ਮਿਸਰੀ ਸ਼ੱਕਰਖੰਡ, ਊੜੇ ਨੂੰ ਮਿਲ ਗਈਆਂ ਤਿੰਨ। ਦੇਖੋ ਮਾਤਰਾ ਕਿਵੇਂ ਲੱਗਦੀਆਂ ਨੇ, ਔਂਕੜ ਦਲੈਂਕੜ ਜਾਂ ਜੋ ਕੁਝ ਵੀ ਹੈਗਾ। ਊੜੇ ਨੂੰ ਮਿਲ ਗਈਆਂ ਤਿੰਨ, ਔਂਕੜ ਅਤੇ ਦਲੈਂਕੜ ਗਿਣ, ਤੀਜੀ ਹੋੜਾ ਖੁੱਲਾ ਮੂੰਹ, ਕਰੀ ਨਾ ਊੜੇ ਚੀ ਤੇ ਚੂੰ, ਆੜੇ ਹਿੱਸੇ ਆਈਆਂ ਚਾਰ, ਸਭ ਤੋਂ ਵੱਧ ਕੇ ਚੁੱਕਿਆ ਭਾਰ, ਆ ਮੁਕਤਾ ਆ ਕੰਨਾ ਲਾ, ਅਮੁਕਤਾ ਆ ਕੰਨਾ ਲਾ, ਔ ਕਨੌੜਾ ਐ ਦੁਲਾਂ, ਈੜੀ ਨੂੰ ਵੀ ਮਿਲੀਆਂ ਤਿੰਨ, ਸਿਹਾਰੀ ਬਿਹਾਰੀ ਏ ਈ ਚਿੰਨ, ਇਹਦੇ ਨਾਲ ਲਗਾਈ ਲਾਂ, ਬਾਕੀ ਰਹਿ ਗਿਆ ਕਿਸ ਦਾ ਨਾਂ, ਤਿੰਨ ਲਗਾਖਰ ਬਚ ਗਏ ਹੋਰ, ਦਸੀਏ ਕਿੱਦਾਂ ਤੁਰਦੇ ਤੋਰ, ਟਿੱਪੀ ਅੱਧਾ ਨੰਨਾ ਬੋਲ, ਬਿੰਦੀ ਨੱਕ ਚ ਕਰੇ ਕਲੋਲ, ਅਧਕ ਕਹਿੰਦਾ ਬੋਲੋ ਦੋ, ਕਰਿਓ ਨਾ ਹੁਣ ਗਲਤੀ ਕੋ, ਤਿੰਨਾਂ ਲਈਆਂ ਵੰਡੀਆਂ ਪਾ, ਅੱਖਰ ਬਾਕੀ ਲਏ ਬੁਲਾ, ਕੀਤਾ ਸਭ ਨੂੰ ਇੰਜ ਐਲਾਨ, ਵਧੋ ਫੁੱਲੋ ਪਾਓ ਸਨਮਾਨ, ਬਾਕੀ ਸਭ ਦੇ ਹਿੱਸੇ ਸਭ, ਲਗਾ ਮਾਤਰਾ ਸੰਗ ਜਾਵੇ ਸੱਜ, ਚਮਕੂ ਜੱਗ ਵਿੱਚ ਸਾਡੀ ਸ਼ਾਨ, ਮਾਂ ਬੋਲੀ ਤੇ ਕਰੀਏ ਮਾਣ। ਇੱਕ ਕਵਿਤਾ ਤੁਹਾਨੂੰ ਮੈਂ ਹੋਰ ਸੁਣਾ ਦਿੰਦਾ, ਕਿਤਾਬਾਂ ਦੀ ਮਹਿਮਾ, ਕਿਉਂਕਿ ਮਾਨੂਪੁਰੀ ਜੀ ਦੀ ਜਿਹੜੀ ਕਮਜ਼ੋਰੀ ਸੀ, ਜੇ ਆਪਾਂ ਕਹੀਏ ਪੁਸਤਕ ਸੀ, ਉਹ ਕੋਈ ਪੁਸਤਕ ਕਿਸੇ ਮੇਲੇ 'ਚ ਜਾਈਏ, ਭਾਸ਼ਾ ਵਿਭਾਗ 'ਚ ਜਾਈਏ, ਪੰਜਾਬੀ ਯੂਨੀਵਰਸਿਟੀ ਜਾਈਏ, ਪੰਜਾਬ ਯੂਨੀਵਰਸਿਟੀ ਜਾਈਏ, ਜਾਂ ਕਿਤੇ ਹੋਰ ਕਿਸੇ ਪਬਲਿਸ਼ਰ ਕੋਲ ਜਾਈਏ, ਉਹ ਚੰਗੀ ਕਿਤਾਬ ਛੱਡਦੇ ਨਹੀਂ ਸੀ। ਕਿਤਾਬਾਂ ਦੀ ਮਹਿਮਾ ਬਾਰੇ ਦੇਖੋ, ਤੁਹਾਨੂੰ ਇੱਕ ਉਹਦੀ ਪੁਸਤਕ ਹੈ, ਇਹ ਕਵਿਤਾ ਹੈਗੀ ਹੈ, ਕਿਤਾਬਾਂ ਜਦ ਮੈਂ ਹੋਵਾਂ ਦੂਰ ਇਹਨਾਂ ਤੋਂ ਹਾਕਾ ਮਾਰ ਬੁਲਾਉਣ ਕਿਤਾਬਾਂ, ਜਦ ਮੈਂ ਹੋਵਾਂ ਕੋਲ ਇਹਨਾਂ ਦੇ ਵਾਹਵਾ ਰੌਲਾ ਪਾਉਣ ਕਿਤਾਬਾਂ, ਮੈਂ ਵੀ ਹਾਂ ਜੀ ਮੈਂ ਵੀ ਹਾਂ ਕਹਿ ਆਪਣੀ ਹੋਂਦ ਜਤਾਉਣ ਕਿਤਾਬਾਂ, ਰਸ ਭਰੀ ਕੋਈ ਕਹਿਣ ਕਹਾਣੀ ਕਵਿਤਾ ਗੀਤ ਸੁਣਾਉਣ ਕਿਤਾਬਾਂ, ਰੰਗ ਬਰੰਗੇ ਚਿੱਤਰ ਵਿਖਾ ਕੇ ਮਨ ਸਾਡਾ ਪਰਚਾਉਣ ਕਿਤਾਬਾਂ, ਘਰ ਬੈਠੇ ਹੀ ਕਈ ਦੇਸ਼ਾਂ ਦੀ ਸਾਨੂੰ ਸੈਰ ਕਰਾਉਣ ਕਿਤਾਬਾਂ, ਵੱਡਿਆਂ ਦੇ ਕਈ ਕਥਨ ਸੁਣਾ ਕੇ ਚਾਨਣ ਨਵਾਂ ਵਿਖਾਉਣ ਕਿਤਾਬਾਂ, ਸਖੀ ਸਖੇਲੀ ਰਾਹ ਸਖੀ ਸਹੇਲੀ ਰਾਹ ਦਸੇਰਾ ਮਿੱਤਰ ਵੀ ਅਖਵਾਉਣ ਕਿਤਾਬਾਂ, ਸੰਝ ਸਵੇਰੇ ਪੜ੍ਹੀਏ ਬੇਸ਼ੱਕ ਸੁਪਨੇ ਵਿੱਚ ਵੀ ਆਉਣ ਕਿਤਾਬਾਂ, ਭੁੱਲ ਨਾ ਜਾਇਓ ਸਾਨੂੰ ਬੀਬਾ ਇਹੋ ਪਾਠ ਪੜ੍ਹਾਉਣ ਕਿਤਾਬਾਂ।
ਕੋਈ ਕਵਿਤਾ ਚੱਕ ਲਓ, ਤੁਹਾਨੂੰ ਉਹਦੇ ਵਿੱਚੋਂ ਆਪਣਾ ਆਪ, ਆਪਣਾ ਰਸ, ਆਪਣੀ ਦਿਲਚਸਪੀ, ਆਪਣਾ ਕੋਈ ਸੁਨੇਹਾ ਜਿਹੜਾ ਸਿੱਧਾ ਪ੍ਰਚਾਰ ਨਹੀਂ, ਮਤਲਬ ਤੁਹਾਨੂੰ ਕੋਈ ਜੀਵਨ ਦਾ ਹਿੱਸਾ ਜਿਵੇਂ ਨਾਵਲ ਦੇ ਵਿੱਚੋਂ, ਕਹਾਣੀ ਚੋਂ ਮਿਲਦਾ ਹੈ, ਉਸੇ ਤਰ੍ਹਾਂ ਮਾਨੂਪੁਰੀ ਦੇ ਬਾਲ ਸਾਹਿਤ ਵਿੱਚੋਂ ਵੀ ਸਾਡਾ ਸੱਭਿਆਚਾਰ ਝਲਕਦਾ ਹੈ। ਸੱਭਿਆਚਾਰ 'ਚ ਸਾਰਾ ਕੁਝ ਆ ਜਾਂਦਾ। ਵਿਲਿੰਗ ਸਾਹਿਬ, ਉਹਨਾਂ ਦੇ ਜਾਣ ਤੋਂ ਬਾਅਦ ਜੇ ਆਮ ਸਾਡੇ ਦੇਖਣ ਵਾਲਿਆਂ ਨੂੰ ਤੁਸੀਂ ਕਹਿਣਾ ਹੋਵੇ, ਉਹਨਾਂ ਦੀ ਸ਼ਖਸੀਅਤ ਨੂੰ ਪਰਿਭਾਸ਼ਿਤ ਕਰਨਾ ਹੋਵੇ, ਕਿਵੇਂ ਕਰੋਗੇ? ਦੇਖੋ ਜੀ, ਇੱਕ ਦਰਵੇਸ਼ ਇਨਸਾਨ, ਹਰਮਨ ਪਿਆਰੇ ਅਧਿਆਪਕ, ਹਰ ਕਿਸੇ ਨੂੰ ਹੱਸ ਕੇ ਉੱਡ ਕੇ ਮਿਲਣ ਵਾਲੇ, ਹਰ ਕਿਸੇ ਦੇ ਕੰਮ ਆਉਣ ਵਾਲੇ, ਹਰ ਕਿਸੇ ਨੂੰ ਗਿਆਨ ਵੰਡਣ ਵਾਲੇ, ਹਰ ਬੱਚਿਆਂ ਦੇ ਵਿੱਚ ਆਪਣੀਆਂ ਜਿਹੜੀਆਂ ਪੁਸਤਕਾਂ ਦਾ ਪਿਆਰ ਪੈਦਾ ਕਰਨ ਵਾਲੇ। ਮਾਨੂਪੁਰੀ ਆਪਣੇ ਆਪ 'ਚ ਇੱਕ ਸੰਸਥਾ ਸੀ, ਤੇ ਮਾਨੂਪੁਰੀ ਪਿੰਡ ਦੇ ਵਿੱਚ ਜੇ ਆਪਾਂ ਕਹੀਏ ਵੀ ਉਹ ਦੇਖੋ ਰਿਟਾਇਰ ਹੋਣ ਤੋਂ ਬਾਅਦ ਵੀ ਉਹ ਸੇਵਾ ਮੁਕਤ ਇੱਕ ਤਰ੍ਹਾਂ ਦੇ ਨਹੀਂ ਸੀ। ਉਹਨਾਂ ਨੇ ਪੰਜਾਬੀ ਸਾਹਿਤ ਸਭਾ ਦਿੱਲੀ ਦੇ ਸਹਿਯੋਗ ਦੇ ਨਾਲ ਲਾਇਬ੍ਰੇਰੀ ਚਲਾ ਰਹੇ ਸੀ। ਉਹ ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਲਾਇਬ੍ਰੇਰੀ ਉਹ ਲਗਾਤਾਰ ਚਲਾ ਰਹੇ ਸੀ, ਤੇ ਪਿੰਡ ਦੇ ਬੱਚਿਆਂ ਨੂੰ ਖਾਸ ਕਰਕੇ ਤੇ ਹੋਰ ਵੀ ਜਿਹੜੇ ਪਾਠਕ ਸੀ ਉਹਨਾਂ ਨੂੰ ਕਿਤਾਬਾਂ ਵੰਡ ਰਹੇ ਸੀ। ਮਤਲਬ ਉਹਨਾਂ ਦਾ ਕਿਤਾਬਾਂ ਦੇ ਸੰਗ ਰਹਿਣਾ, ਪੜ੍ਹਦੇ ਰਹਿਣਾ ਹਰ ਰੋਜ਼, ਮਤਲਬ ਇਹ ਉਹਨਾਂ ਦਾ ਇੱਕ ਬਹੁਤ ਵੱਡਾ ਰੁਝੇਵਾਂ ਸੀ, ਔਰ ਉਹਨਾਂ ਦੇ ਜੀਵਨ ਦੀ ਇਹ ਬੜੀ ਵੱਡੀ ਦਿਲਚਸਪੀ ਸੀ। ਆਖਰ ਦੇ ਵਿੱਚ ਕੁਝ ਕਹਿਣਾ ਚਾਹੋ ਜੋ ਮੇਰੇ ਕੋਲ ਰਹਿ ਗਿਆ ਹੋਵੇ, ਛੁੱਟ ਗਿਆ ਹੋਵੇ? ਇਹੋ ਜਿਹੇ ਅਧਿਆਪਕ ਦਾ ਅਚਾਨਕ ਚਲੇ ਜਾਣਾ, ਕੋਈ ਉਹਨਾਂ ਨੂੰ ਇਸ ਤਰ੍ਹਾਂ ਦਾ ਕੋਈ, ਜਿਵੇਂ ਹੁਣ ਮਹਾਮਾਰੀ ਚੱਲ ਰਹੀ ਹੈ, ਇਦਾਂ ਦੀ ਕੋਈ ਸਮੱਸਿਆ ਨਹੀਂ ਸੀ ਕਿ ਇੱਕ ਤਰ੍ਹਾਂ ਦਾ ਅਚੰਭਾ ਹੈ। ਤੇ ਜੋ ਸਾਨੂੰ ਇਹ ਹੈ ਵੀ ਬੜੀ ਹੈਰਾਨੀ ਹੁੰਦੀ ਹੈ ਤੇ ਇਕਲਾਪਾ ਮਹਿਸੂਸ ਹੋ ਰਿਹਾ। ਸ਼ੁਕਰੀਆ ਵਿਲਿੰਗ ਸਾਹਿਬ, ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮਾਨੂਪੁਰੀ ਜੀ ਨੂੰ ਯਾਦ ਕਰਨ ਦੇ ਲਈ ਤੇ ਮੈਨੂੰ ਇਹ ਮੌਕਾ ਦੇਣ ਦੇ ਲਈ ਕਿ ਆਪਣੇ ਇੰਨੇ ਪਿਆਰੇ ਅਧਿਆਪਕ ਦੇ ਬਾਰੇ, ਜੋ ਮੇਰੇ ਬਾਅਦ ਦੇ ਵਿੱਚ ਪਰਮ ਮਿੱਤਰ ਬਣੇ, ਮੇਰੇ ਰਾਹ ਸਿਰੇ ਬਣੇ, ਕਿ ਉਹਨਾਂ ਬਾਰੇ ਗੱਲਾਂ ਕਰੀਏ, ਉਹਨਾਂ ਨੂੰ ਯਾਦ ਕਰੀਏ। ਤੁਹਾਡੀ ਸੂਹੀ ਸਵੇਰ ਚੈਨਲ ਦਾ ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ। ਦੋਸਤੋ, ਤੁਸੀਂ ਜਾਣਦੇ ਹੋ ਕਿ ਸੂਹੀ ਸਵੇਰ ਇੱਕ ਲੋਕ ਪੱਖੀ ਵਿਚਾਰਾਂ ਵਾਲਾ ਸਾਡਾ ਮੀਡੀਆ ਅਦਾਰਾ ਹੈ। ਲੋਕ ਪੱਖੀ ਵਿਚਾਰਾਂ ਵਾਲੇ ਮੀਡੀਆ ਅਦਾਰੇ ਲੋਕਾਂ ਦੀ ਸਹਾਇਤਾ ਨਾਲ ਹੀ ਚੱਲਦੇ ਹੈਗੇ ਨੇ। ਅਸੀਂ ਮੰਨੀਏ ਕਿ ਜੇ ਕੋਈ ਜਿਹੜਾ ਹੈਗਾ ਕਾਰਪੋਰੇਟ ਸਹਾਇਤਾ ਨਾਲ, ਸਰਕਾਰੀ ਸਹਾਇਤਾ ਨਾਲ ਜਾਂ ਫਿਰ ਪ੍ਰਾਈਵੇਟ ਐਡ ਨਾਲ ਜੋ ਮੀਡੀਆ ਅਦਾਰੇ ਚੱਲਦੇ ਨੇ, ਉਹ ਖੁੱਲ੍ਹ ਕੇ ਲੋਕ ਪੱਖ ਦੀ ਗੱਲ ਨਹੀਂ ਕਰ ਸਕਦੇ। ਇਸ ਕਰਕੇ ਸੂਹੀ ਸਵੇਰ ਨੂੰ ਤੁਹਾਡੀ ਮੋਰਲ ਵੀ ਤੇ ਆਰਥਿਕ ਸਹਾਇਤਾ ਦੀ ਬਹੁਤ ਜ਼ਿਆਦਾ ਲੋੜ ਹੈ। ਸੋ ਇਸ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਵੱਧ ਤੋਂ ਵੱਧ ਲਾਈਕ ਕਰੋ, ਸਾਡੀ YouTube ਚੈਨਲ ਸਾਡਾ ਉਹਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਸਾਡੀਆਂ ਵੀਡੀਓ ਨੂੰ ਸ਼ੇਅਰ ਕਰੋ, ਤੇ ਆਰਥਿਕ ਤੌਰ ਤੇ ਥੱਲੇ ਦਿੱਤਾ ਹੋਇਆ ਜੋ ਐਡਰੈਸ ਹੈ, ਬੈਂਕ ਦਾ ਅਕਾਊਂਟ ਹੈ, ਉਹਦੇ ਵਿੱਚ ਤੁਸੀਂ ਆਪਣੀ ਜਿਹੜੀ ਹੈਗੀ ਹੈ ਸਹਾਇਤਾ ਜਿਹੜੀ ਉਹਦੇ ਥਰੂ ਸਾਨੂੰ ਜਿਹੜਾ ਭੇਜ ਸਕਦੇ ਹੋ, ਤਾਂ ਜੋ ਕਿ ਅਦਾਰਾ ਲਗਾਤਾਰ ਤੁਹਾਡੇ ਮੁੱਦਿਆਂ ਨੂੰ ਉਠਾਉਂਦਾ ਰਹੇ ਤੇ ਇੱਕ ਅਸੀਂ ਪੰਜਾਬੀ ਵਿੱਚ ਲੋਕ ਪੱਖ ਦਾ ਵੱਡਾ ਮੀਡੀਆ ਖੜਾ ਕਰ ਸਕੀਏ।